ਮੈਂ ਆਪਣੀ ਜ਼ਿੰਦਗੀ ਦੇ ਵਿੱਚ ਉਦੋਂ ਅਜਿਹੇ ਮੋੜ ਤੇ 13 ਇਅਰਸ ਆਫ ਮੈਰਿਜ ਜਦੋਂ ਸੀਗਾ ਕਿ ਇਟ ਇਜ਼ ਅ ਟਫ ਡਿਸੀਜਨ ਤੇ ਪਰ ਇਟ ਵਾਜ਼ ਅ ਬੈਟਰ ਡਿਸੀਜਨ ਟੂ ਮੇਕ। ਸੋ ਤਾਂ ਮੈਨੂੰ ਲੱਗਦਾ ਕਿ ਜਿਹੜੀ ਸੈਲਫ ਕੇਅਰ ਹੈਗੀ ਹੈ ਦੈਟ ਇਜ਼ ਵੈਰੀ ਇੰਪੋਰਟੈਂਟ। ਸੈਲਫ ਕੇਅਰ ਤੇ ਸੈਲਫ ਲਵ ਜਿੰਨਾ ਚਿਰ ਇੱਕ ਮਦਰ ਇਸ ਚੀਜ਼ ਦੇ ਨਾਲ ਨਹੀਂ ਜੁੜੀ ਹੁੰਦੀ ਉਨਾ ਚਿਰ ਉਹ ਚੀਜ਼ ਉਹ ਬੱਚਿਆਂ ਨੂੰ ਵੀ ਨਹੀਂ ਦੇ ਸਕਦੀ ਤੇ ਉਸ ਚੀਜ਼ ਦਾ ਬੱਚਿਆਂ ਤੇ ਅਸੀਂ ਵੱਡੇ ਹੋ ਕੇ ਜਦੋਂ ਦੇਖਾਂਗੇ ਬਹੁਤ ਸੋਹਣਾ ਅਸਰ ਹੁੰਦਾ ਬਿਕਾਜ਼ ਬੱਚਿਆਂ ਨੇ ਆਪਣੀ ਮਾਂ ਨੂੰ ਉਦਾਸ ਹੀ ਦੇਖਿਆ ਹੁੰਦਾ, ਉਹਨਾਂ ਨੇ ਉਹਨੂੰ ਟਾਇਰਡ ਦੇਖਿਆ ਹੁੰਦਾ ਤੇ ਬੱਚਿਆਂ ਨੂੰ ਇਹ ਲੱਗਦਾ ਕਿ ਸਾਡੀ ਮਾਂ ਸਾਨੂੰ ਨਹੀਂ ਪਿਆਰ ਕਰਦੀ ਪਰ ਉਹ ਆਪਣੇ ਆਪ ਨੂੰ ਹੀ ਨਹੀਂ ਦੇਖ ਰਹੀ ਹੁੰਦੀ ਹੈ ਨਾ ਤੇ ਉਹਨੂੰ ਲੱਗਦਾ ਕਿ ਬਸ ਸਾਰਾ ਸੰਸਾਰ ਅੱਗੇ ਚਲਿਆ ਗਿਆ, ਮੈਂ ਹੀ ਇੱਥੇ ਖੜ ਗਈ ਹਾਂ ਬਿਕਾਜ਼ ਤੁਹਾਡੀ ਬਾਡੀ ਦੇ ਵਿੱਚ ਇੰਨੀਆਂ ਚੇਂਜਸ ਆ ਜਾਂਦੀਆਂ। ਇਹਦੇ 'ਚ ਇਹ ਹੈ ਕਿ ਐਕਸਪੈਕਟੇਸ਼ਨਸ ਬਹੁਤ ਨੇ, ਇੱਕ ਮਦਰ ਤੋਂ ਵੀ ਬਹੁਤ ਸਾਰੀਆਂ ਐਕਸਪੈਕਟੇਸ਼ਨਸ ਨੇ ਸਪੈਸ਼ਲੀ ਮੈਂ ਇਹਦੇ 'ਚ ਸਾਰੇ ਲੋਕਾਂ ਦੀ ਗੱਲ ਨਹੀਂ ਕਰ ਰਹੀ, ਬਹੁਤਾਤ ਦੇ ਵਿੱਚ ਇਹ ਹੈ ਕਿ ਅਸੀਂ ਬਸ ਕਹਿ ਦਿੰਦੇ ਆ ਕਿ ਸਾਰਾ ਕੁਝ ਬਸ ਇਹ ਮਾਂ ਦਾ ਰੋਲ ਆ ਵੀ ਤੈਨੂੰ ਮਾਂ ਨੇ ਕੁਝ ਨਹੀਂ ਸਿਖਾਇਆ, ਮਾਂ ਨੇ ਕੀ ਸਿਖਾਇਆ। ਸੋ ਇਹ ਇਕੱਲੀ ਮਾਂ ਦੀ ਰਿਸਪੌਂਸਿਬਿਲਿਟੀ ਨਹੀਂ ਹੈਗੀ, ਮਾਂ ਤੋਂ ਕੀ ਸਿੱਖ ਕੇ ਆਈ ਆ। ਅਸੀਂ ਬੱਚਿਆਂ ਨੂੰ ਪੈਦਾ ਕਰਕੇ ਕੋਈ ਅਧਿਕਾਰ ਨਹੀਂ ਲੈ ਲਿਆ ਕਿ ਵੀ ਹਾਂ ਜੋ ਮੈਂ ਚਾਹੁੰਦਾ ਉਹੀ ਹੋਊਗਾ। ਉਹਨਾਂ ਦੀ ਡਿਫਰੈਂਟ ਪਰਸਨੈਲਿਟੀ ਆ, ਉਹਨਾਂ ਕੋਲੇ ਹੋਰ ਗੱਲਾਂ ਨੇ। ਤਾਂ ਪੁਰਾਣੇ ਟਾਈਮ 'ਚ ਆਪਾਂ ਉਦੋਂ ਆਟਾ ਗੁੰਨ ਕੇ ਰੋਟੀ ਬਣਾਉਣ ਲੱਗ ਜਾਂਦੇ ਸੀ ਨਾ, ਸੋ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਸਾਡੇ ਹੱਥ ਜਿਹੜੇ ਵਰਤਦੇ ਆ ਅਸੀਂ ਤੇ ਉਹ ਬੱਚਿਆਂ ਨੂੰ ਜਿਹੜੇ ਨੈਚੁਰਲ ਐਕਸਪੀਰੀਅੰਸਿਸ ਨੇ ਉਹ ਚਾਹੀਦੇ ਨੇ ਉਹਨਾਂ ਨੂੰ। ਇੱਕ ਵੀ ਨਾ ਪਲ ਤੂੰ ਅਜਾਈ ਜਾਣ ਦੇ, ਵੱਧਦੇ ਨੇ ਅੱਗੇ ਜੋ ਸਮੇਂ ਦੇ ਹਾਣ ਦੇ, ਜਜ਼ਬੇ ਤੇ ਮਿਹਨਤ ਨਾਲ ਕਰ ਤੂੰ ਕਮਾਲ ਦੇ, ਆਖੇ ਮਾੜਾ ਟਾਈਮ ਬਸ ਹੁਣ ਮੈਨੂੰ ਜਾਣ ਦੇ, ਆਖੇ ਮਾੜਾ ਟਾਈਮ ਬਸ ਹੁਣ ਮੈਨੂੰ ਜਾਣ ਦੇ। ਪੈਰਾਂ ਦੇ ਵਿੱਚ ਜੰਨਤ ਜਿਸਦੇ, ਸਿਰ ਤੇ ਠੰਡੀਆਂ ਛਾਵਾਂ, ਅੱਖਾਂ ਦੇ ਵਿੱਚ ਨੂਰ ਖੁਦਾ ਦਾ, ਮੁਖ ਤੇ ਰਹਿਣ ਦੁਆਵਾਂ, ਗੋਦੀ ਦੇ ਵਿੱਚ ਮਮਤਾ ਵਸਦੀ, ਦਾਮਨ ਵਿੱਚ ਫਿਜ਼ਾਵਾਂ, ਜਿਸ ਦੇ ਕਰਕੇ ਦੁਨੀਆ ਦੇਖੀ ਸਭ ਰਹਿਣ ਸਲਾਮਤ ਮਾਵਾਂ, ਜਿਸ ਦੇ ਕਰਕੇ ਦੁਨੀਆ ਦੇਖੀ ਸਭ ਰਹਿਣ ਸਲਾਮਤ ਮਾਵਾਂ। ਸੋ ਦੋਸਤੋ, ਇਹਨਾਂ ਪੰਕਤੀਆਂ ਨਾਲ ਤੁਹਾਨੂੰ ਇਹ ਕਲੀਅਰ ਤਾਂ ਹੋ ਗਿਆ ਹੋਵੇਗਾ ਕਿ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਮਦਰਸ ਡੇ ਬਾਰੇ ਗੱਲਬਾਤ ਕਰਨ ਜਾ ਰਹੇ ਹਾਂ। ਪੰਜਾਬੀ ਨੈਸ਼ਨਲ ਟੈਲੀਵਿਜ਼ਨ 'ਤੇ ਆਪ ਜੀ ਦਾ ਸਵਾਗਤ ਹੈ ਜੀ। ਔਰ ਮਦਰ ਡੇ ਸਪੈਸ਼ਲ ਦੇ ਉੱਪਰ ਗੱਲਬਾਤ ਕਰਨ ਦੇ ਲਈ ਅਸੀਂ ਇੱਕ ਬਹੁਤ ਖਾਸ ਮਹਿਮਾਨ ਨੂੰ ਬੁਲਾਇਆ ਹੈ ਆਪਣੇ ਸਟੂਡੀਓ ਵਿੱਚ। ਨਾਮ ਹੈ ਉਹਨਾਂ ਦਾ ਵਰਿੰਦਰ ਕੌਰ। ਆਓ ਉਹਨਾਂ ਦਾ ਸਵਾਗਤ ਕਰਦੇ ਹਾਂ। ਵਰਿੰਦਰ ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਫॉर ਹੈਵਿੰਗ ਮੀ ਹੇਅਰ। ਵਰਿੰਦਰ ਜੀ, ਜਿਵੇਂ ਮੈਂ ਥੋੜ੍ਹੀਆਂ ਜਿਹੀਆਂ ਪੰਕਤੀਆਂ ਪੜ੍ਹੀਆਂ ਨੇ ਮਾਂ ਦੀ ਭੂਮਿਕਾ ਬਾਰੇ ਜਾਂ ਉਹਦੀ ਇੰਪੋਰਟੈਂਸ ਬਾਰੇ, ਤੇ ਮੈਂ ਚਾਹਾਂਗਾ ਕਿ ਵਰਿੰਦਰ ਕੌਰ ਆਪਣੇ ਆਪ ਨੂੰ ਇੰਟਰੋਡਿਊਸ ਕਰੇ ਇੱਕ ਮਾਂ ਦੇ ਤੌਰ ਤੇ, ਇੱਕ ਧੀ ਦੇ ਤੌਰ ਤੇ, ਇੱਕ ਔਰਤ ਦੇ ਤੌਰ ਤੇ। ਥੈਂਕ ਯੂ ਜੀ, ਥੈਂਕ ਯੂ ਸੋ ਮਚ। ਤੁਹਾਡਾ ਕੁਐਸਚਨ ਬਹੁਤ ਵਧੀਆ। ਮਾਂ ਦੇ ਤੌਰ ਤੇ ਮੈਂ ਆਪਣੇ ਬਾਰੇ ਇਹ ਕਹਿਣਾ ਚਾਹੁੰਦੀ ਹਾਂ ਕਿ ਆਈ ਐਮ ਐਨ ਇੰਡੀਪੈਂਡੈਂਟ ਵੂਮਨ ਤੇ ਆਈ ਐਮ ਅ ਸਿੰਗਲ ਪੇਰੈਂਟ ਹੂ ਇਜ਼ ਰੇਜ਼ਿੰਗ 2 ਚਿਲਡਰਨ। ਆਪਣੇ 2 ਬੱਚਿਆਂ ਨੂੰ ਮੈਂ ਬੜੇ ਫਖਰ ਦੇ ਨਾਲ ਇਕੱਲੀ ਪਾਲ ਰਹੀ ਹਾਂ ਤੇ ਮੈਨੂੰ ਇਸ ਚੀਜ਼ ਦੀ ਬਹੁਤ ਖੁਸ਼ੀ ਹੈ। ਤੇ ਐਜ਼ ਅ ਮਦਰ ਡਿਫਾਈਨ ਕਰਨਾ, ਆਪਾਂ ਸਾਰੇ ਆਪਣੀ ਜਰਨੀ ਦੇ ਵਿੱਚ ਸਿੱਖਦੇ ਰਹਿੰਦੇ ਹਾਂ। ਸੋ ਮੈਨੂੰ ਲੱਗਦਾ ਹੈ ਕਿ ਜਦੋਂ ਹੀ ਬੱਚੇ ਦਾ ਜਨਮ ਹੁੰਦਾ ਹੈ ਤੇ ਮਾਂ ਦਾ, ਆਪਾਂ ਜਿਵੇਂ ਅਕਸਰ ਸੁਣਦੇ ਹਾਂ ਕਿ ਨਵਾਂ ਜਨਮ ਹੁੰਦਾ ਹੀ ਆ ਤੇ ਉਹਦੇ ਵਿੱਚ ਸਾਡੀ ਥਿੰਕਿੰਗ ਬੜੀ ਚੇਂਜ ਹੁੰਦੀ ਆ, ਅਸੀਂ ਆਪ ਬੜਾ ਬਦਲਦੇ ਹਾਂ ਤੇ ਉਹਦੇ ਨਾਲ ਨਾਲ ਨਵੀਆਂ ਚੀਜ਼ਾਂ ਜਿਹੜੀਆਂ ਸਿੱਖਦੇ ਹਾਂ ਤੇ ਮੈਨੂੰ ਲੱਗਦਾ ਕਿ ਇਹ ਸ਼ਾਇਦ ਸਾਡੇ ਜਾਣ ਵਾਲੇ ਸਮੇਂ ਤੱਕ ਨਾਲ ਹੀ ਤੁਰਦੇ ਰਹਿਣੀ ਆ ਇਹ ਚੀਜ਼ ਜੀ। ਤੇ ਜਿਵੇਂ ਤੁਸੀਂ ਜ਼ਿਕਰ ਕੀਤਾ ਵੀ ਤੁਸੀਂ ਇਕੱਲੇ ਆਪਣੇ ਬੱਚਿਆਂ ਨੂੰ ਪਾਲ ਰਹੇ ਜੀ। ਹਾਂਜੀ। ਸੋ ਡੈਫੀਨੇਟਲੀ ਰਿਸ਼ਤਿਆਂ ਦੇ ਵਿੱਚ ਖਟਾਸ ਰਹੀ ਹੋਊ ਕਿਤੇ ਨਾ ਕਿਤੇ, ਜਿਹੜੇ ਤੁਹਾਡੇ ਹਸਬੈਂਡ ਵਾਈਫ ਦੇ ਨੇ। ਕੀ ਇਹਨਾਂ ਰਿਸ਼ਤਿਆਂ ਦੀ ਜਿਹੜੀ ਕੜਵਾਹਟ ਆ, ਇਹਦਾ ਅਸਰ ਬੱਚਿਆਂ ਦੀ ਪਰਵਰਿਸ਼ ਤੇ ਪੈਂਦਾ ਜੀ? ਹਾਂਜੀ, ਇਹਨਾਂ ਦਾ ਅਸਰ ਬਹੁਤ ਜ਼ਿਆਦਾ ਹੀ ਪੈਂਦਾ ਬੱਚਿਆਂ ਤੇ। ਸੋ ਇਹਦੇ ਵਿੱਚ ਕਈ ਵਾਰੀ ਇਹ ਹੁੰਦਾ ਕਿ ਸਾਨੂੰ ਪਤਾ ਨਹੀਂ ਹੁੰਦਾ ਕਿ ਇੱਕ ਹੈਲਥੀ ਰਿਲੇਸ਼ਨਸ਼ਿਪ ਕੀ ਹੈਗੀ ਆ ਜੀ। ਤੇ ਉਹ ਹੈਲਥੀ ਰਿਲੇਸ਼ਨਸ਼ਿਪ ਨੂੰ ਡਿਫਾਈਨ ਕਰਨਾ, ਜਿਵੇਂ ਅਸੀਂ ਆਪਣੇ ਤਜਰਬਿਆਂ ਦੇ ਵਿੱਚੋਂ ਲੰਘਦੇ ਹਾਂ, ਚੀਜ਼ਾਂ ਹੋਰ ਸਿੱਖਦੇ ਹਾਂ, ਆਸੇ ਪਾਸੇ ਜਿਹੜੇ ਸਾਡੇ ਸਮਾਜ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨੇ ਕਿ ਕਿਹੜੀ ਗੱਲ ਅਸੀਂ ਬਾਹਰ ਲੈ ਕੇ ਆਉਣੀ ਆ, ਕਿਹੜੀ ਅਸੀਂ ਬਾਹਰ ਨਹੀਂ ਲੈ ਕੇ ਆਉਣੀ, ਤੇ ਕਿਵੇਂ ਸਾਨੂੰ ਸਾਡਾ ਸਮਾਜ ਜਿਹੜਾ ਡਿਫਾਈਨ ਕਰਦਾ ਹੈ। ਤੇ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਉਦੋਂ ਅਜਿਹੇ ਮੋੜ ਤੇ 13 ਇਅਰਸ ਆਫ ਮੈਰਿਜ ਜਦੋਂ ਸੀਗਾ ਕਿ ਇਟ ਇਜ਼ ਅ ਟਫ ਡਿਸੀਜਨ ਤੇ ਪਰ
it was a better decision to make. So it was a ਉਹਦੇ 'ਚ ਇੱਕ ਕਿਤਾਬ ਸੀਗੀ ਜਿਹੜੀ ਮੈਂ ਇੱਕ ਕਿਤਾਬ ਪੜ੍ਹੀ ਸੀ, ਉਹਦਾ ਨਾਮ ਸੀਗਾ When Love Hurts। ਤੇ ਇਹ ਜਿਹੜੇ ਵੀ ਕਮਿਊਨਿਟੀ ਸਰਵਿਸਿਜ਼ ਵਾਲੇ ਹੈਗੇ ਆ ਉਹ ਇਹ ਕਿਤਾਬ ਰეკਮੈਂਡ ਕਰਦੇ ਆ। ਤੇ When Love Hurts, When Love Hurts, ਜਦੋਂ ਪਿਆਰ ਵੀ ਤੁਹਾਨੂੰ ਦੁੱਖ ਦੇ ਸਕਦਾ। ਬਿਲਕੁਲ। ਸੋ ਉਹਦੇ ਵਿੱਚ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਨੇ ਜਿਹੜੀਆਂ ਸਾਨੂੰ ਲੱਗਦਾ ਹੈ ਕਿ ਉਹ ਚੀਜ਼ਾਂ ਨੋਰਮਲ ਨੇ, ਸ਼ਾਇਦ ਸਾਰਿਆਂ ਦੀ ਜ਼ਿੰਦਗੀ 'ਚ ਇਹ ਚੀਜ਼ਾਂ ਇੱਦਾਂ ਹੀ ਹੁੰਦੀਆਂ, ਪਰ ਇੱਕ ਹੈਲਥੀ ਰਿਲੇਸ਼ਨਸ਼ਿਪ ਦੇ ਵਿੱਚ ਕੀ ਹੁੰਦਾ ਤੇ ਅਨਹੈਲਥੀ ਰਿਲੇਸ਼ਨਸ਼ਿਪ 'ਚ ਕੀ ਹੁੰਦਾ। ਸੋ ਉਹ ਇਹਨਾਂ ਸਾਰੀਆਂ ਚੀਜ਼ਾਂ ਨੂੰ ਬਹੁਤ ਸੋਹਣਾ ਡਿਫਾਈਨ ਕਰਦੀ ਹੈ। ਤੇ ਵਰਿੰਦਰ ਜੀ, ਤੁਸੀਂ ਸਟਾਰਟਿੰਗ ਦੇ ਵਿੱਚ, ਮੈਂ ਵੀ ਭੁੱਲ ਗਿਆ, ਤੁਸੀਂ ਵੀ ਦੱਸਣਾ ਭੁੱਲ ਗਏ, ਥੋੜ੍ਹਾ ਜਿਹਾ ਆਪਣੇ ਬਾਰੇ ਦੱਸੋ। ਤੁਸੀਂ ਵਰਿੰਦਰ ਕੌਰ ਕੌਣ ਆ, ਇੰਡੀਆ ਤੋਂ ਕੈਨੇਡਾ ਕਿੱਦਾਂ ਪਹੁੰਚੀ ਤੇ ਹੁਣ ਤੱਕ ਦਾ ਸਫ਼ਰ ਕਿਵੇਂ ਰਿਹਾ? ਹਾਂਜੀ, ਮੈਂ ਇੱਥੇ 2005 'ਚ ਆਈ ਸੀਗੀ। ਆਪਾਂ ਐਬਸਫੋਰਡ ਆਏ ਸੀਗੇ 2005 ਦੇ ਵਿੱਚ, ਤੇ ਹੁਣ 2018 ਤੋਂ ਮੈਂ ਐਡਮਿੰਟਨ 'ਚ ਰਹਿ ਰਹੀ ਹਾਂ। ਤੇ ਸੋ ਇਹਦੇ ਵਿੱਚ ਇਹ ਹੈਗਾ ਕਿ ਬੜੀ ਔਖੀ ਜਰਨੀ ਰਹੀ ਆ, ਬੜੇ ਸਾਰੇ ਤਰ੍ਹਾਂ ਦੇ ਆਪਾਂ ਕੰਮ ਕਰਕੇ ਦੇਖੇ ਆ, ਹਨਾ, ਬੇਰੀ ਤੋੜਨ ਤੋਂ ਲੈ ਕੇ ਸੋ ਆਪਾਂ ਜਿਹੜਾ ਹਰ ਇੱਕ ਕੰਮ ਹੁੰਦਾ ਉਹ ਕਰਕੇ ਐਕਸਪੀਰੀਅੰਸ ਕੀਤਾ। ਤੇ ਹੁਣ ਮੈਂ ਚਾਈਲਡ ਕੇਅਰ ਸੈਂਟਰ ਦੇ ਵਿੱਚ ਅਸਿਸਟੈਂਟ ਡਾਇਰੈਕਟਰ ਦੇ ਤੌਰ ਤੇ ਕੰਮ ਕਰਦੀ ਹਾਂ। ਤੇ ਨਾਲ ਨਾਲ ਮੈਨੂੰ ਕਵਿਤਾ ਲਿਖਣ ਦਾ ਸ਼ੌਕ ਹੈ, ਐਕਟਿੰਗ ਦਾ ਸ਼ੌਕ ਹੈ, ਤੇ ਮੇਰਾ ਇੱਕ ਜਿਹੜਾ ਪੋਡਕਾਸਟ ਹੈ ਮੈਂ ਤੁਸੀਂ ਤੇ ਜ਼ਿੰਦਗੀ ਦੇ ਰੰਗ, ਉਹ ਵੀ ਮੈਂ ਪਿਛਲੇ ਸਾਲ ਸ਼ੁਰੂ ਕੀਤਾ ਸੀਗਾ। ਤੇ ਮੈਨੂੰ ਇਹ ਦੱਸਦਿਆਂ ਬਹੁਤ ਖੁਸ਼ੀ ਹੋ ਰਹੀ ਹੈ ਕਿ ਉਹ ਟੌਪ 5% 'ਚ ਸੀਗਾ ਜਿਹੜਾ ਗਲੋਬਲੀ ਸ਼ੇਅਰ ਕੀਤਾ ਗਿਆ ਲੋਕਾਂ ਦੁਆਰਾ। ਬਹੁਤ ਵਧੀਆ ਜੀ, ਮੈਂ ਤੁਹਾਡੇ ਦੇਖੇ ਵੀ ਇਹ ਪੋਡਕਾਸਟ ਵੀ ਔਰ ਤੁਹਾਡੀਆਂ ਕਵਿਤਾਵਾਂ ਵੀ ਸੁਣੀਆਂ ਨੇ। ਹਾਂਜੀ। ਤੇ ਤੁਹਾਡਾ ਅਭਿਨੈ ਜਿਹੜੀ ਨਾਟਕੀਅਤਾ ਉਹ ਵੀ ਦੇਖੀ ਹੋਈ ਆ। ਮੈਨੂੰ ਨਾ ਇੱਕ ਹਾਸੇ ਵਾਲੀ ਗੱਲ ਚੇਤੇ ਆ ਗਈ, ਜਦੋਂ ਤੁਸੀਂ ਜ਼ਿਕਰ ਕੀਤਾ ਨਾ ਕਿ ਬੇਰੀਆਂ ਵੀ ਤੋੜੀਆਂ ਨੇ। ਹਾਂਜੀ। ਜਦੋਂ ਮੈਂ ਇੰਡੀਆ ਸੀਗਾ ਨਾ, ਤੇ ਉੱਥੇ ਸੁਣਦੇ ਸੀ ਯਾਰ ਕਿ ਕੈਨੇਡਾ ਦੇ ਵਿੱਚ ਲੋਕ ਨਾ ਬੇਰੀਆਂ ਬੜੀਆਂ ਤੋੜਦੇ ਆ। ਮੈਂ ਜਦੋਂ ਨਵਾਂ ਆਇਆ, ਮੈਂ ਸਾਰੇ ਸਟੋਰ ਗਏ, ਮੈਂ ਬੇਰ ਤਾਂ ਕਿਤੇ ਦਿਖਦੇ ਨਹੀਂ ਗਏ। ਮੈਨੂੰ ਲੱਗਦਾ ਸੀ ਵੀ ਬੇਰ ਜਿਹੜੇ ਆ ਬੇਰੀਆਂ ਨੂੰ ਲੱਗਦੇ ਹੋਣਗੇ ਤੇ ਬੇਰੀਆਂ ਤੋਂ ਬੇਰ ਤੋੜਦੇ ਹੋਣੇ ਆ। ਉਹ ਬਾਅਦ 'ਚ ਮੈਨੂੰ ਪਤਾ ਲੱਗਾ ਵੀ ਇਹ ਬੇਰੀਆਂ ਜਿਹੜੇ ਬੈਰੀਆਂ ਨੂੰ ਕਹਿੰਦੇ ਨੇ। ਹਾਂਜੀ। ਸੋ ਇਟਸ ਵੈਰੀ ਇੰਟਰਸਟਿੰਗ। ਤੇ ਵਰਿੰਦਰ ਜੀ, ਮੈਨੂੰ ਇੱਕ ਗੱਲ ਹੋਰ ਦੱਸਿਓ ਕਿ ਜੇਕਰ, ਵੈਸੇ ਤਾਂ ਬਹੁਤ ਔਖਾ ਕੰਮ ਆ, ਮਾਂ ਸ਼ਬਦ ਨੂੰ ਪਰਿਭਾਸ਼ਿਤ ਕਰਨਾ ਹੋਵੇ, ਕਿੱਦਾਂ ਕਰੋਗੇ? ਮੈਨੂੰ ਨਹੀਂ ਲੱਗਦਾ ਕਿ ਜਿਵੇਂ ਤੁਸੀਂ ਕਿਹਾ ਔਖਾ ਕੰਮ ਹੈ, ਇਹ ਬਹੁਤ ਔਖੀ ਗੱਲ ਆ। ਆਪਾਂ ਕੋਈ ਇਹਦੀ ਡੈਫੀਨੇਸ਼ਨ ਨਿਰਧਾਰਿਤ ਨਹੀਂ ਕਰ ਸਕਦੇ ਕਿ ਹਾਂ ਆਹੀ, ਕਿਉਂਕਿ ਸਾਰਿਆਂ ਦੀ ਸੋਚ ਵੱਖਰੀ ਹੈ, ਸਾਰਿਆਂ ਦੀ ਜਿਹੜੀ ਮਾਂ ਦੀ ਡੈਫੀਨੇਸ਼ਨ ਆ ਉਹ ਵੱਖਰੀ ਹੈ। ਪਰ ਜਿਹੜੀ ਅਸੀਂ ਅਕਸਰ ਸੁਣਦੇ ਹਾਂ, ਅਸੀਂ ਜਿਹੜੀ ਮਾਂ ਨੂੰ ਬਾਹਲਾ ਉੱਚਾ ਦਰਜਾ ਦਿੰਦੇ ਹਾਂ, ਅਸੀਂ ਕਹਿੰਦੇ ਹਾਂ ਚੰਗੀ ਮਾਂ, ਇਹ ਸਿਆਣੀ ਮਾਂ, ਕਿ ਉਹ ਬਸ ਉਹਦੇ ਕੋਲੇ ਤਾਂ ਜੀ ਰੋਟੀ ਖਾਣ ਦਾ ਟਾਈਮ ਨਹੀਂ ਗਾ, ਉਹ ਮਾਂ ਨੇ ਤਾਂ ਰੋਟੀ ਵੀ ਨਹੀਂ ਖਾਧੀ, ਉਹਨੇ ਤਾਂ ਸਵੇਰ ਤੋਂ ਲੈ ਕੇ ਬਸ ਉਹ ਬੱਚਿਆਂ ਦੇ ਵਿੱਚ, ਘਰ ਦੇ ਵਿੱਚ ਇੰਨਾ ਜ਼ਿਆਦਾ। ਪਰ ਅੱਜ ਦੇ ਜੇ ਅਸੀਂ ਟਾਈਮ ਦੀ ਗੱਲ ਕਰ ਰਹੇ ਹਾਂ, ਹੁਣ ਅਸੀਂ ਇੱਥੇ ਕੈਨੇਡਾ 'ਚ ਬੈਠੇ ਇੱਥੋਂ ਦੀ ਗੱਲ ਕਰਦੇ ਹਾਂ, ਤਾਂ ਮੈਨੂੰ ਲੱਗਦਾ ਕਿ ਜਿਹੜੀ ਸੈਲਫ ਕੇਅਰ ਹੈਗੀ ਹੈ, ਦੈਟ ਇਜ਼ ਵੈਰੀ ਇੰਪੋਰਟੈਂਟ। ਸੈਲਫ ਕੇਅਰ ਤੇ ਸੈਲਫ ਲਵ, ਜਿੰਨਾ ਚਿਰ ਇੱਕ ਮਦਰ ਇਸ ਚੀਜ਼ ਦੇ ਨਾਲ ਨਹੀਂ ਜੁੜੀ ਹੁੰਦੀ, ਉਨਾ ਚਿਰ ਉਹ ਚੀਜ਼ ਉਹ ਬੱਚਿਆਂ ਨੂੰ ਵੀ ਨਹੀਂ ਦੇ ਸਕਦੀ। ਬਿਕੋਜ਼ ਬੱਚੇ ਪਾਲਣ, ਜਦੋਂ ਅਸੀਂ ਛੋਟੇ ਬੱਚਿਆਂ ਦੀ ਗੱਲ ਕਰਦੇ ਹਾਂ, ਉਦੋਂ ਇੰਨੀਆਂ ਛੋਟੀਆਂ ਉਹਨਾਂ ਦੀਆਂ ਜ਼ਰੂਰਤਾਂ ਹੁੰਦੀਆਂ ਕਿ ਤੁਹਾਡਾ ਸੌਣ ਦਾ ਸਕੈਜੂਅਲ ਨਹੀਂ ਰਹਿੰਦਾ, ਤੁਹਾਡਾ ਖਾਣ ਪੀਣ ਦਾ ਨੈਚੁਰਲੀ ਕੋਈ ਨਹੀਂ ਰਹਿੰਦਾ ਸਕੈਜੂਅਲ। ਪਰ ਉਹਦੇ ਵਿੱਚੋਂ ਵੀ ਜੇ ਅਸੀਂ ਕਹੀਏ ਕਿ ਅਸੀਂ ਆਪਣਾ ਟਾਈਮ ਕੱਢ ਕੇ ਥੋੜ੍ਹਾ ਜਿਹਾ ਮਦਰ ਕੋਲੇ ਟਾਈਮ ਹੋਵੇ ਤੇ ਉਹ ਆਪਣੀ ਸੈਲਫ ਕੇਅਰ ਕਰ ਸਕੇ, ਜਿਹੜੀਆਂ ਚੀਜ਼ਾਂ ਉਹਨੂੰ ਖੁਸ਼ੀ ਦਿੰਦੀਆਂ ਉਹਦੇ ਨਾਲ ਜੇ ਉਦੋਂ ਕਨੈਕਟ ਕਰ ਸਕੇ ਨਾ, ਤੇ ਉਸ ਚੀਜ਼ ਦਾ ਬੱਚਿਆਂ ਤੇ ਅਸੀਂ ਵੱਡੇ ਹੋ ਕੇ ਜਦੋਂ ਦੇਖਾਂਗੇ ਬਹੁਤ ਸੋਹਣਾ ਅਸਰ ਹੁੰਦਾ। ਬਿਕੋਜ਼ ਬੱਚਿਆਂ ਨੇ ਆਪਣੀ ਮਾਂ ਨੂੰ ਉਦਾਸ ਹੀ ਦੇਖਿਆ ਹੁੰਦਾ, ਉਹਨਾਂ ਨੇ ਉਹਨੂੰ ਟਾਇਰਡ ਦੇਖਿਆ ਹੁੰਦਾ, ਤੇ ਬੱਚਿਆਂ ਨੂੰ ਇਹ ਲੱਗਦਾ ਕਿ ਸਾਡੀ ਮਾਂ ਸਾਨੂੰ ਨਹੀਂ ਪਿਆਰ ਕਰਦੀ, ਪਰ ਉਹ ਆਪਣੇ ਆਪ ਨੂੰ ਹੀ ਨਹੀਂ ਦੇਖ ਰਹੀ ਹੁੰਦੀ, ਹਨਾ। ਤੇ ਉਹਨੂੰ ਲੱਗਦਾ ਕਿ ਬਸ ਸਾਰਾ ਸੰਸਾਰ ਅੱਗੇ ਚਲਿਆ ਗਿਆ, ਮੈਂ ਹੀ ਇੱਥੇ ਖੜ ਗਈ ਹਾਂ। ਬਿਕੋਜ਼ ਤੁਹਾਡੀ ਬਾਡੀ ਦੇ ਵਿੱਚ ਇੰਨੀਆਂ ਚੇਂਜਸ ਆ ਜਾਂਦੀਆਂ। ਮੈਂ ਨਾ ਦੋ ਗੱਲਾਂ ਇੱਥੇ ਕਰਨੀਆਂ ਚਾਹਾਂਗਾ। ਇੱਕ ਤੇ ਤੁਸੀਂ ਬਹੁਤ ਵਧੀਆ ਗੱਲ ਕਹੀ ਵੀ ਸੈਲਫ ਲਵ ਤੇ ਸੈਲਫ ਕੇਅਰ ਬਹੁਤ ਜ਼ਰੂਰੀ ਆ। ਹਾਂਜੀ। ਮੈਂ ਆਪਣੇ ਅਕਸਰ ਫੈਮਿਲੀ 'ਚ ਵੀ ਗੱਲ ਕਰਦਾ ਹੁੰਦਾ, ਆਪਣੀ ਵਾਈਫ ਨਾਲ ਕਈ ਵਾਰੀ ਗੱਲ ਕਰਦਾ ਵੀ ਜਿਹੜੀ ਚੀਜ਼ ਮੇਰੇ ਕੋਲ ਹੀ ਹੈ ਨਹੀਂ, ਮੈਂ ਅੱਗੇ ਕਿਸੇ ਨੂੰ ਕੀ ਦੇਵਾਂਗਾ। ਐਗਜ਼ੈਕਟਲੀ। ਜੇ ਮੇਰੇ ਕੋਲ ਪਿਆਰ ਹੈ ਨਹੀਂ, ਮੇਰੇ ਕੋਲ ਹਮਦਰਦੀ ਹੈ ਨਹੀਂ, ਮੇਰੇ 'ਚ ਕਾਈਂਡਨੈਸ ਨਹੀਂ ਹੈਗੀ, ਹਨਾ, ਜਾਂ ਮੈਂ ਆਪਣੇ ਆਪ ਨੂੰ ਪਿਆਰ ਨਹੀਂ ਕਰਦਾ, ਤਾਂ ਮੈਂ ਕਿਸੇ ਨੂੰ ਪਿਆਰ ਕੀ ਕਰੂੰਗਾ। ਬਿਲਕੁਲ ਸਹੀ। ਸੋ ਡੈਫੀਨੇਟਲੀ ਅਗਰ ਆਪਾਂ ਰਿਸ਼ਤਿਆਂ ਨੂੰ ਸੋਹਣੇ ਬਣਾਉਣਾ ਵਾ ਤੇ ਜ਼ਰੂਰੀ ਹੈ ਵੀ ਪਹਿਲਾਂ ਆਪਣੇ ਆਪ ਨੂੰ ਪਿਆਰ ਕਰੋ, ਆਪਣੇ ਬਾਰੇ ਜਾਣੋ, ਅੰਦਰ ਝਾਤ ਮਾਰੋ ਵੀ ਮੇਰੇ 'ਚ ਗੁੱਡ ਕੁਆਲਿਟੀਜ਼ ਕੀ ਹੈਗੀਆਂ, ਉਹਨਾਂ ਨੂੰ ਕਿਵੇਂ ਨਿਖਾਰ ਸਕਦਾ ਔਰ ਕਿਵੇਂ ਇਹਨਾਂ ਦਾ ਜਿਹੜਾ ਅਸਰ ਆ ਹੋਰ ਫੈਮਿਲੀ ਮੈਂਬਰਸ 'ਤੇ ਪੈ ਸਕਦਾ। ਦੂਜੀ ਗੱਲ ਜ਼ਿਕਰ ਤੁਸੀਂ ਕੀਤਾ ਸੀਗਾ ਵੀ ਮਾਂ ਦਾ ਜਿਹੜਾ ਟ੍ਰੈਡੀਸ਼ਨਲੀ ਮੰਨਿਆ ਜਾਂਦਾ ਸੀ ਵੀ ਮਾਂ ਉਹ ਆ ਜਿਹੜੀ ਬਸ
ਨਿਸ਼ਾਵਰ ਕਰਦੇ ਆ ਆਪਣੇ ਆਪ ਨੂੰ ਪਰਿਵਾਰ ਤੇ ਵੀ ਜਿੱਦਾਂ ਤੁਸੀਂ ਕਿਹਾ ਵੀ ਸਵੇਰ ਤੋਂ ਸ਼ਾਮਾਂ ਤੱਕ ਈਵਨ ਬਾਲੀਵੁੱਡ ਦੀਆਂ ਪੁਰਾਣੀਆਂ ਫਿਲਮਾਂ ਤੁਸੀਂ ਦੇਖ ਲਓ ਵੀ ਮਾਂ ਵਿਚਾਰੀ ਜੀ ਹਨਾ ਨਿਆਣੇ ਗਵਾਚ ਜਾਂਦੇ ਲੱਭਦੀ ਰਹਿੰਦੀ ਆ ਜਾਂ ਉਹ ਸਾਰੀ ਉਮਰ ਸਿਲਾਈ ਮਸ਼ੀਨਾਂ ਚਲਾਈ ਜਾਂਦੀ ਆ ਵੀ ਮਾਂ ਨੇ ਤਾਂ ਆਪਣੀ ਜ਼ਿੰਦਗੀ ਨਿਸ਼ਾਵਰ ਕਰਤੀ। ਨੋ ਡਾਊਟ ਮਾਂ ਦਾ ਰੋਲ ਜਿਹੜਾ ਵਾ ਬਹੁਤ ਵੱਡਾ ਵਾ, ਉਹਦਾ ਕੰਪੈਰੀਜ਼ਨ ਕਿਤੇ ਨਹੀਂ ਹੋ ਸਕਦਾ, ਪਰ ਡੈਫੀਨੇਟਲੀ ਜਿਵੇਂ ਤੁਸੀਂ ਕਿਹਾ ਵੀ ਅਜੋਕੇ ਸਮੇਂ ਦੇ ਵਿੱਚ ਮਾਂ ਦੇ ਰੋਲ ਦੇ ਵਿੱਚ ਬਹੁਤ ਜ਼ਿਆਦਾ ਬਦਲਾਵ ਆਏ ਨੇ ਤੇ ਆਉਣੇ ਚਾਹੀਦੇ ਨੇ। ਕੁਝ ਕਹਿਣਾ ਚਾਹੁੰਦੇ ਤੁਸੀਂ? ਹਾਂਜੀ, ਇਹਦੇ ਨਾਲ ਨਾ ਅੱਜ ਦੀ ਆਪਾਂ ਇੱਕ ਕਵਿਤਾ ਦੀ ਗੱਲ ਕਰਦੇ ਹਾਂ। ਇਹ ਕਵਿਤਾ ਦਾ ਨਾਮ ਹੈਗਾ ਰਾਣੀ ਤੇ ਰੌਲਾ। ਕੀ ਬਾਤ ਆ। ਹਾਂਜੀ। ਹਰ ਰੋਜ਼ ਕੰਮ ਤੋਂ ਥੱਕ ਕੇ ਘਰ 'ਚ ਵੜਦੇ ਸਾਰੀ ਰਸੋਈ ਕਮਰੇ ਕੱਪੜੇ ਰਾਣੀ ਨੂੰ ਆਵਾਜ਼ਾਂ ਮਾਰਨ ਲੱਗ ਜਾਂਦੇ। ਰਸੋਈ 'ਚ ਜੂਠੇ ਭਾਂਡਿਆਂ ਦਾ ਭਰਿਆ ਸਿੰਕ ਸਭ ਤੋਂ ਉੱਚਾ ਹੋ ਕੇ ਆਵਾਜ਼ਾਂ ਮਾਰਦਾ, ਆਪਣੇ ਵੱਲ ਬੁਲਾਉਂਦਾ। ਆ ਕੱਪ ਕੱਚ ਦੇ ਗਲਾਸ ਵਾਰ-ਵਾਰ ਧੋਂਦੀ ਕਿ ਕੋਈ ਦਾਗ ਨਾ ਰਹਿ ਜਾਵੇ, ਤੇ ਇਹ ਡਿਸ਼ ਰੈਕ ਤੇ ਸਾਰਾ ਥਾਂ ਰੋਕ ਲੈਂਦੇ। ਕੌਲੀਆਂ ਪਲੇਟਾਂ ਆਪਣੀਆਂ ਥਾਂ ਬਣਾਉਣ ਲਈ ਜੱਦੋ ਜਹਿਦ ਕਰਦੀਆਂ, ਨਾਲ ਖੜੀਆਂ ਹੋਣ ਲਈ ਮਜਬੂਰ ਲੱਗਦੀਆਂ। ਪੈਂਟਰੀ 'ਚ ਪਈਆਂ ਸੁੱਕੀਆਂ ਦਾਲਾਂ ਵੇਖ ਉਹਨੂੰ ਆਪਣੇ ਸੁੱਕੇ ਵਜੂਦ ਦੀ ਯਾਦ ਆਉਂਦੀ ਤੇ ਉਹ ਦਰਵਾਜ਼ਾ ਫਟਾਫਟ ਬੰਦ ਕਰ ਦਿੰਦੀ। ਹਰੀਆਂ ਸਬਜ਼ੀਆਂ ਲਿਆ ਕੇ ਰੱਖਦੀ ਹਰੀ ਭਰੀ ਰਹਿਣ ਲਈ। ਜਦੋਂ ਹੀ ਧੋਣ ਲਈ ਕੱਢਦੀ ਤੇ ਕਮਰਿਆਂ ਤੇ ਕੱਪੜਿਆਂ ਦੀਆਂ ਆਵਾਜ਼ਾਂ ਹੋਰ ਉੱਚੀ ਹੋ ਜਾਂਦੀਆਂ। ਲਾਂਡਰੀ ਰੂਮ 'ਚ ਪਈ ਮਸ਼ੀਨ ਚੀਕਦੀ ਤੇ ਹਰੀਆਂ ਸਬਜ਼ੀਆਂ ਉੱਥੇ ਹੀ ਛੁੱਟ ਜਾਂਦੀਆਂ ਤੇ ਫਿਰ ਪਈਆਂ ਮੁਰਝਾ ਜਾਂਦੀਆਂ, ਤੇ ਨਾਲ ਹੀ ਘੜੀ ਦੀ ਟਿਕ ਟਿਕ ਦਾ ਦਬਾਅ ਖਾਣੇ ਲਈ। ਇਸੇ ਪ੍ਰੈਸ਼ਰ 'ਚੋਂ ਬਾਹਰ ਨਿਕਲਣ ਲਈ ਸੁੱਕੀ ਦਾਲ ਨੂੰ ਪ੍ਰੈਸ਼ਰ ਕੁੱਕਰ 'ਚ ਪਾ ਤੇਜ਼ ਅੱਗ ਤੇ ਰੱਖ ਫਟਾਫਟ ਢੱਕਣ ਬੰਦ ਕਰ ਦਿੱਤੀ। ਸਾਹ ਲੈਣ ਲਈ ਅੱਖ ਬੰਦ ਕਰਦੀ ਤੇ ਸੀਟੀਆਂ ਦਾ ਸ਼ੋਰ ਹੋਰ ਤੇਜ਼ ਹੋ ਜਾਂਦਾ। ਕੁੱਕਰ ਦੀਆਂ ਸੀਟੀਆਂ ਦੀ ਗਿਣਤੀ ਕਰਦੀ ਨੂੰ ਬਾਲਾਂ ਦਾ ਰੋਣ ਸੁਣਾਈ ਨਾ ਦਿੰਦਾ। ਹੌਲੀ ਫੁਲਕੇ ਵਰਗੀ ਹੋਣ ਲਈ ਠੰਡੇ ਆਟੇ ਦੇ ਵੱਡੇ ਵੱਡੇ ਪੇੜੇ ਕਰ ਮੋਟੀਆਂ ਮੋਟੀਆਂ ਰੋਟੀਆਂ ਪਕਾਉਂਦੀ, ਖੁਦ ਨੂੰ ਆਪਣੀ ਮਾਂ ਨਾਨੀ ਦਾਦੀ ਦੇ ਥਾਵੇਂ ਖੜੀ ਪਾਉਂਦੀ। ਬੈੱਡ ਵੀ ਆਵਾਜ਼ਾਂ ਮਾਰ ਮਾਰ ਆਪਣੀ ਥਕਾਨ ਦੂਰ ਕਰਨ ਰਾਹਤ ਪਾਉਣ ਲਈ ਕਾਹਲ ਕਰਦਾ, ਤੇ ਮਗਰੋਂ ਉਹਨੂੰ ਜਾਗਦੀ ਛੱਡ ਥੱਕ ਹਾਰ ਸੌਂ ਜਾਂਦਾ। ਉਸ ਵੇਲੇ ਰਾਣੀ ਨੂੰ ਸੁੱਤੇ ਪਏ ਘਰ 'ਚ ਆਪਣੇ ਅੰਦਰਲਾ ਰੌਲਾ ਹੋਰ ਉੱਚੀ ਸੁਣਨ ਲੱਗ ਜਾਂਦਾ। ਕੀ ਬਾਤ। ਸੋ ਇਹ ਅੱਜ ਦੀ ਜਿਹੜੀ ਸਾਡੀ ਔਰਤ ਹੈਗੀ ਆ ਇੱਥੇ ਆ ਕਿ ਕਿੰਨੀਆਂ ਜ਼ਿੰਮੇਵਾਰੀਆਂ ਨੇ ਤੇ ਇੰਨਾ ਕੁਛ ਉਹਦੇ 'ਚ ਚੱਲਦਾ, ਤੇ ਉਹਦੇ ਕੋਲ ਆਪਣੀ ਗੱਲ ਸੁਣਨ ਦਾ ਟਾਈਮ ਹੀ ਨਹੀਂ ਹੈਗਾ। ਇੰਨਾ ਰੌਲਾ ਤੇ ਇੰਨੀਆਂ ਸਾਰੀਆਂ ਜ਼ਿੰਮੇਵਾਰੀਆਂ ਨੇ, ਤੇ ਜਿਹੜੀਆਂ ਮਤਲਬ ਸਾਡੀਆਂ ਔਰਤਾਂ ਨੇ, ਵਿਮਨ ਨੇ, ਐਂਡ ਦੈਨ ਲਾਈਕ ਇੱਕ ਸਪਾਰਕ ਹੁੰਦਾ, ਦੈਨ ਦੇ ਲਿਸਨ ਟੂ ਦੈਮਸੈਲਵਸ, ਬਟ ਫਿਰ ਉਹ ਸਾਰੀਆਂ ਚੀਜ਼ਾਂ 'ਚੋਂ ਗੁੰਮ ਹੋ ਜਾਂਦਾ। ਤੁਸੀਂ ਨਾ ਸਿਰਲੇਖ ਬਹੁਤ ਸੋਹਣਾ ਦਿੱਤਾ ਇਹਨੂੰ। ਹਾਂਜੀ। ਰਾਣੀ ਤੇ ਨਾਲ ਦੇ ਨਾਲ ਉਹਦੇ ਕੰਮਕਾਜ ਇਦਾਂ ਦੇ ਦਿਖਾਤੇ ਆ ਵੀ ਰਾਣੀ ਵਾਲਾ ਕੰਮ ਹੈ ਕੋਈ ਨਹੀਂ, ਹੈਨਾ। ਵਿਰੋਧਾਭਾਸ ਕਵੀ ਦੀ ਜਿਹੜੀ ਕਹਿ ਲਓ ਵੀ ਸੰਵੇਦਨਸ਼ੀਲਤਾ ਵਾ, ਸ਼ਬਦਾਂ ਦੇ ਨਾਲ ਖੇਡਣਾ ਬਾਖੂਬੀ ਤੁਸੀਂ ਇਸਤੇਮਾਲ ਕੀਤਾ ਉਹਦਾ, ਤੇ ਬਹੁਤ ਵਧੀਆ ਵਾ। ਔਰ ਨਿੱਕੀਆਂ ਨਿੱਕੀਆਂ ਗੱਲਾਂ ਨੇ ਜਿਹੜੀਆਂ ਤੁਸੀਂ ਮੈਂਸ਼ਨ ਕੀਤੀਆਂ ਨੇ, ਰਸੋਈ ਦੇ ਵਿੱਚ ਹਰੀਆਂ ਸਬਜ਼ੀਆਂ ਨਾਲ ਹਰੇ ਹੋ ਜਾਣਾ, ਸੁੱਕੀਆਂ ਦਾਲਾਂ ਦੇ ਨਾਲ ਉਹਨੂੰ ਆਪਣੀ ਸੁੱਕੀ ਅਹਿਸਾਸ ਹੋਣਾ। ਸੋ ਬਹੁਤ ਬਾਕਮਾਲ ਅਹਿਸਾਸ ਨੇ ਇਹਨਾਂ ਚੀਜ਼ਾਂ ਦੇ ਵਿੱਚ। ਮੈਂ ਗੱਲ ਕੀਤੀ ਸੀ ਕਿ ਮਾਂ ਦੇ ਰੋਲ ਨੂੰ ਡਿਫਾਈਨ ਨਹੀਂ ਕੀਤਾ ਜਾ ਸਕਦਾ, ਹਾਲਾਂਕਿ ਬਹੁਤ ਕਵੀ ਨੇ, ਸ਼ਾਇਰ ਨੇ, ਗੀਤਕਾਰ ਨੇ ਜਿਨ੍ਹਾਂ ਨੇ ਵੱਖ-ਵੱਖ ਗੀਤਾਂ ਰਾਹੀਂ, ਕਵਿਤਾਵਾਂ ਰਾਹੀਂ, ਸ਼ਾਇਰੀ ਰਾਹੀਂ ਮਾਂ ਦੇ ਰੋਲ ਨੂੰ ਡਿਫਾਈਨ ਕਰਨ ਦੀ ਕੋਸ਼ਿਸ਼ ਕੀਤੀ। ਇੱਦਾਂ ਦੀਆਂ ਕੁਝ ਪੰਕਤੀਆਂ ਮੇਰੇ ਕੋਲ ਵੀ ਹੈਗੀਆਂ ਨੇ, ਉਹ ਤੁਹਾਡੇ ਨਾਲ ਸਾਂਝੀਆਂ ਕਰਾਂਗਾ ਮੈਂ। ਕਹਿੰਦੇ ਕਿ ਮਾਂ ਦੀ ਮੈਂ ਕੀ ਸਿਫਤ ਕਰਾਂ, ਮਾਂ ਤਾਂ ਸੰਘਣੀ ਛਾਂ ਦੋਸਤੋ। ਮਾਂ ਦੀ ਕੀ ਮੈਂ ਸਿਫਤ ਕਰਾਂ, ਮਾਂ ਤਾਂ ਸੰਘਣੀ ਛਾਂ ਦੋਸਤੋ। ਦੁਨੀਆ ਦਾ ਹਰ ਰਿਸ਼ਤਾ ਬਦਲੇ ਪਰ ਕਦੇ ਨਾ ਬਦਲੇ ਮਾਂ ਦੋਸਤੋ। ਰੱਬ ਤੋਂ ਇਹ ਦੁਆ ਕਰਿਓ ਕਦੇ ਬੱਚਿਆਂ ਦੀ ਨਾ ਵਿਛੜੇ ਮਾਂ ਦੋਸਤੋ। ਮਾਂ ਬਿਨ ਜਗ ਵੈਰੀ ਬਣ ਜਾਵੇ ਤੇ ਜ਼ੁਲਮ ਹੋਣ ਹਰ ਥਾਂ ਦੋਸਤੋ। ਸੋ ਅਗੇਨ ਵੀ ਇਹਨਾਂ ਸ਼ਬਦਾਂ ਦੇ ਵਿੱਚ ਡਿਫਾਈਨ ਨਹੀਂ ਕੀਤਾ ਜਾ ਸਕਦਾ। ਕਵੀ ਨੇ ਕੋਸ਼ਿਸ਼ ਕੀਤੀ ਆ ਤੇ ਵਧੀਆ ਕੋਸ਼ਿਸ਼ ਕੀਤੀ ਆ। ਤੁਸੀਂ ਇਹਦੇ ਉੱਪਰ ਕੁਝ ਐਡ ਆਨ ਕਰਨਾ ਚਾਹੋ ਜੀ? ਇਹਦੇ 'ਚ ਇਹ ਹੈ ਕਿ ਐਕਸਪੈਕਟੇਸ਼ਨਸ ਬਹੁਤ ਨੇ। ਇੱਕ ਮਦਰ ਤੋਂ ਵੀ ਬਹੁਤ ਸਾਰੀਆਂ ਐਕਸਪੈਕਟੇਸ਼ਨਸ ਨੇ। ਸਪੈਸ਼ਲੀ ਮੈਂ ਇਹਦੇ 'ਚ ਸਾਰੇ ਲੋਕਾਂ ਦੀ ਗੱਲ ਨਹੀਂ ਕਰ ਰਹੀ, ਬਹੁਤਾਤ ਦੇ ਵਿੱਚ ਇਹ ਹੈ ਕਿ ਅਸੀਂ ਬਸ ਕਹਿ ਦਿੰਦੇ ਆ ਕਿ ਸਾਰਾ ਕੁਛ ਬਸ ਇਹ ਮਾਂ ਦਾ ਰੋਲ ਆ, ਵੀ ਤੈਨੂੰ ਮਾਂ ਨੇ ਕੁਛ ਨਹੀਂ ਸਿਖਾਇਆ, ਮਾਂ ਨੇ ਕੀ ਸਿਖਾਇਆ। ਸੋ ਇਹ ਇਕੱਲੀ ਮਾਂ ਦੀ ਰਿਸਪੌਂਸਿਬਿਲਿਟੀ ਨਹੀਂ ਹੈਗੀ, ਮਾਂ ਤੋਂ ਕੀ ਸਿੱਖ ਕੇ ਆਈ ਆ, ਰਾਈਟ। ਸੋ ਇਹ ਚੀਜ਼ਾਂ ਨੇ, ਇਹ ਇੱਕ ਟੀਮ ਵਰਕ ਹੈ।
ਸੋ ਇਹ ਜੇ ਪੇਰੈਂਟਸ ਨੇ ਦੋਨੇ ਮਦਰ ਫਾਦਰ ਦੋਨਾਂ ਦੀ ਰਿਸਪੌਂਸਿਬਿਲਿਟੀ ਆ। ਜੇਕਰ ਤੁਸੀਂ ਜਿਹੜੇ ਸਾਡੇ ਪੇਰੈਂਟਿੰਗ ਰੋਲਸ ਨੇ ਅਸੀਂ ਉਹਨਾਂ ਨੂੰ ਡਿਫਾਈਨ ਨਹੀਂ ਕਰਦੇ, ਅਸੀਂ ਗੱਲ ਕਰਦੇ ਹਾਂ ਕਿ ਪੁਰਾਣੇ ਸਮੇਂ ਦੇ ਵਿੱਚ ਬਾਪ ਸੀ ਉਹ ਬਾਹਰ ਜਾਂਦਾ ਸੀ, ਕੰਮ ਕਰਦਾ ਸੀਗਾ ਤੇ ਮਾਂ ਘਰੇ ਕੰਮ ਕਰਦੀ ਸੀ। ਸੋ ਉਹਦਾ ਇੱਕ ਬੈਨੀਫਿਟ ਇਹ ਸੀਗਾ ਕਿ ਉੱਥੇ ਉਹਨਾਂ ਦੋਨਾਂ ਦੇ ਰੋਲਸ ਡਿਫਾਈਨ ਸੀਗੇ, ਉਹਨਾਂ ਨੂੰ ਕਲੀਅਰ ਸੀਗਾ ਕਿ ਮੈਂ ਕੀ ਕਰਨਾ। ਬਟ ਐਂਡ ਆਫ ਦਾ ਡੇ ਦੈਨ ਦੇ ਵਰ ਟੁਗੇਦਰ। ਤੇ ਜਿੰਨਾ ਚਿਰ ਅਸੀਂ ਸਾਡੇ ਪੇਰੈਂਟਿੰਗ ਰੋਲਸ ਨਹੀਂ ਡਿਫਾਈਨ ਕਰਦੇ ਐਜ਼ ਅ ਕਪਲ, ਜਿੰਨਾ ਚਿਰ ਅਸੀਂ ਬਹਿ ਕੇ ਡਿਸਕਸ਼ਨ ਨਹੀਂ ਕਰਦੇ ਤੇ ਉਨਾ ਚਿਰ ਇਹ ਚੀਜ਼ ਜਿਹੜੀ ਹੈਗੀ ਆ ਔਖੀ ਹੋ ਜਾਂਦੀ ਆ। ਸੋ ਈਵਨ ਹੁਣ ਅਸੀਂ ਦੇਖਦੇ ਹਾਂ ਬਹੁਤ ਸਾਰੇ ਇੱਥੇ ਫੈਮਲੀਜ਼ ਨੇ, ਉਹ ਕਹਿੰਦੇ ਕਿ ਮੈਂ ਬਸ ਬਾਹਰ ਕੰਮ ਕਰਦਾ, ਤੂੰ ਇਕੱਲਾ ਹੀ ਕਿ ਤੂੰ ਇਕੱਲੇ ਬਸ ਬੱਚੇ ਸਾਂਭਣੇ ਆ। ਤੇ ਅਸੀਂ ਜਦੋਂ ਗੱਲ ਕਰਦੇ ਹਾਂ ਅਸੀਂ ਕਹਿੰਦੇ ਆ ਵੀ ਤੁਸੀਂ ਕੀ ਕੰਮ ਕਰਦੇ ਹੋ, ਉਹ ਕਹਿਣਗੇ ਜੀ ਬਸ ਮੈਂ ਤਾਂ ਵਿਹਲੀ ਆ, ਮੈਂ ਤਾਂ ਬਸ ਨਿਆਣੇ ਹੀ ਸਾਂਭਦੀ ਆ। ਜਾਂ ਇਹ ਮੈਂ ਅਕਸਰ ਦੇਖਿਆ ਹਸਬੈਂਡ ਇੰਟਰੋਡਕਸ਼ਨ ਦਿੰਦੇ, ਬਸ ਜੀ ਮੇਰੇ ਘਰ ਵਾਲੀ ਤੇ ਵਿਹਲੀ ਹੈ ਤੇ ਉਹ ਤੇ ਬਸ ਨਿਆਣੇ ਸਾਂਭਦੀ ਹੈ, ਘਰ ਸਾਂਭਦੀ ਹੈ, ਗਰੋਸਰੀ ਲੈ ਆਉਂਦੀ ਹੈ, ਹਾਂਜੀ ਨਿਆਣਿਆਂ ਨੂੰ ਕਲਾਸਾਂ ਦੇ ਛੱਡ ਆਉਂਦੀ ਹੈ, ਲੈ ਆਉਂਦੀ ਹੈ, ਆਪਾਂ ਅਦਰਵਾਈਜ਼ ਵਿਹਲੀ ਹੈ। ਆਪਾਂ ਕਲਾਸਾਂ ਦੀ ਵੀ ਗੱਲ ਕਰਾਂਗੇ, ਬੱਚਿਆਂ ਦੀਆਂ ਕਲਾਸਾਂ ਦੀ। ਸੋ ਇਹ ਹੈ ਕਿ ਬਹੁਤ ਸਾਰੀਆਂ ਐਕਸਪੈਕਟੇਸ਼ਨਸ ਕੋਈ ਵੀ ਇਨਸਾਨ ਆ, ਚਾਹੇ ਕੋਈ ਫਾਦਰ ਹੈ, ਇਟਸ ਨਾਟ ਜਸਟ ਅਬਾਊਟ ਮਦਰ, ਹੈ ਨਾ। ਇਕੱਲੇ ਅਸੀਂ ਫਾਦਰ ਨੂੰ ਵੀ ਨਹੀਂ ਕਹਿ ਸਕਦੇ। ਈਵਨ ਕਿ ਆਈ ਵੁੱਡ ਸੇ ਕਿ ਵਿਆਹ ਤੋਂ ਪਹਿਲਾਂ ਸਾਨੂੰ ਇਹ ਡਿਸਕਸ਼ਨਸ ਕਰਨੀਆਂ ਚਾਹੀਦੀਆਂ ਕਿ ਜੇ ਸਾਡੇ ਬੱਚੇ ਹੋਣਗੇ, ਪਹਿਲੀ ਗੱਲ ਤਾਂ ਇਹ ਹੈ ਕਿ ਅਸੀਂ ਬੱਚੇ ਸਾਡੇ ਹੋਣਗੇ ਜਾਂ ਨਹੀਂ ਹੋਣਗੇ, ਦੈਟਸ ਅ ਡਿਫਰੈਂਟ ਟੌਪਿਕ, ਹੈ ਨਾ। ਤੇ ਬੱਚੇ ਅਸੀਂ ਕਿਵੇਂ ਰੇਜ਼ ਕਰਨੇ ਆ, ਬਿਕੋਜ਼ ਜਦੋਂ ਸਾਡਾ ਕੌਨਫਲਿਕਟ ਹੁੰਦਾ ਨਾ, ਮੈਨੂੰ ਲੱਗਦਾ ਕਿ ਕੁਝ ਹੋਰ ਇੰਪੋਰਟੈਂਟ ਹੈ ਐਂਡ ਦੈਨ ਅਦਰ ਪਰਸਨ ਥਿੰਕਸ ਸਮਥਿੰਗ ਐਲਸ ਇਜ਼ ਇੰਪੋਰਟੈਂਟ। ਤੇ ਜਦੋਂ ਉਹ ਐਜ਼ ਅ ਕਪਲ ਅਸੀਂ ਐਗਰੀ ਨਹੀਂ ਕਰਦੇ and that's what creates stress, that is one of the reasons, ਹੈ ਨਾ, ਕਿ ਉਹ ਫੈਮਲੀਜ਼ ਦੇ ਵਿੱਚ ਝਗੜਿਆਂ ਦਾ ਕਾਰਨ ਹੋ ਜਾਂਦਾ ਹੈ। ਤੁਹਾਡੀ ਨਾ ਗੱਲ ਦੇ ਵਿੱਚੋਂ ਮੈਨੂੰ ਗੱਲ ਚੇਤੇ ਆ ਗਈ ਹੈ, ਮੈਨੂੰ ਇਸ਼ਾਰਾ ਹੋ ਰਿਹਾ ਵੀ ਬ੍ਰੇਕ ਦਾ ਸਮਾਂ ਹੋ ਗਿਆ ਵਾ। ਤੁਸੀਂ ਜ਼ਿਕਰ ਕੀਤਾ ਵੀ ਮਾਂ ਕੋ ਕੀ ਸਿੱਖ ਕੇ ਆਈ ਹੈ, ਉੱਥੇ ਮੈਨੂੰ ਕਈ ਵਾਰੀ ਆਪਣੀ ਨੇੜੇ ਤੇੜੇ ਬੜੀਆਂ ਐਗਜ਼ਾਮਪਲਸ ਇੱਦਾਂ ਦੀਆਂ ਮਿਲ ਜਾਂਦੀਆਂ ਨੇ, ਜਿਹੜੀ ਸੱਸ ਕਈ ਵਾਰੀ ਇਹ ਤਾਣਾ ਮਾਰ ਦਿੰਦੀ ਹੈ ਨੂੰਹ ਨੂੰ ਵੀ ਮਾਂ ਕੋ ਕੀ ਸਿੱਖ ਕੇ ਆਈ ਹੈ, ਜੇ ਉਹ ਸੱਸ ਮਾਂ ਬਣ ਜੇ। ਦੈਟਸ ਅ ਵੈਰੀ ਡਿਫਰੈਂਟ ਟੌਪਿਕ। ਮੈਨੂੰ ਲੱਗਦਾ ਕਿ ਆਪਾਂ ਨੂੰ ਇੱਕ ਜਿਹੜਾ ਹੈਗਾ ਹੋਰ ਦੇਖੋ ਹੈ ਤਾਂ ਮਾਂ ਦੀ ਗੱਲ ਹੀ ਚੱਲ ਰਹੀ ਹੈ ਨਾ। ਹਾਂ, ਨਹੀਂ, ਮਾਂ ਦੀ ਗੱਲ ਚੱਲ ਰਹੀ ਹੈ। ਸੋ ਉੱਥੇ ਇਹ ਹੈ ਕਿ ਬਹੁਤ ਜ਼ਿਆਦਾ ਐਜੂਕੇਸ਼ਨ ਦੀ ਲੋੜ ਹੈਗੀ ਆ। ਸੋ ਇੱਕ ਤਾਂ ਇਹ ਹੈ ਕਿ ਬਚਪਨ ਤੋਂ ਕੁੜੀ ਨੂੰ ਇਹ ਕਿਹਾ ਜਾਂਦਾ ਵੀ ਤੇਰੀ ਸੱਸ ਤੈਨੂੰ ਇਦਾਂ ਕਹੂਗੀ, ਇਦਾਂ ਹੋਊਗਾ। ਅਸੀਂ ਜਿਹੜੀ ਉਹਦੀ ਐਕਚੁਅਲ ਰਿਲੇਸ਼ਨਸ਼ਿਪ ਹੈਗੀ ਆ ਉਹਦੇ ਬਾਰੇ, ਕੁੜੀ ਵੀ ਆ ਮੁੰਡੇ ਨੂੰ ਵੀ ਅਸੀਂ ਇਦਾਂ ਹੀ ਉਹ ਕਰਦੇ। ਮੁੰਡਿਆਂ ਨੂੰ ਤਾਂ ਅਸੀਂ ਬਹੁਤ ਘੱਟ ਟੀਚ ਕਰਦੇ ਹਾਂ ਪਰ ਕੁੜੀਆਂ ਨੂੰ ਬਚਪਨ ਤੋਂ ਕਹਿਣ ਲੱਗ ਜਾਂਦੇ ਆ। ਆਈ ਥਿੰਕ ਕਿ ਆਲਵੇਜ਼ ਉੱਥੇ ਡਿਫਰੈਂਸ ਤਾਂ ਰਹਿੰਦਾ ਹੀ ਹੈਗਾ। ਆਈ ਡੋਂਟ ਨੋ, ਦੈਟ ਕੋਸ਼ਿਸ਼ ਕਰਨੀ ਚਾਹੀਦੀ ਹੈ, ਕੋਸ਼ਿਸ਼ ਕਰਨੀ ਚਾਹੀਦੀ ਹੈ। ਐਜੂਕੇਸ਼ਨ ਦੇ ਨਾਲ ਅਸੀਂ ਐਜ਼ ਅ ਟੀਮ ਕੰਮ ਕਰ ਸਕਦੇ ਹਾਂ। ਉਹ ਗੱਲ ਫੇਰ ਆ ਜਾਂਦੀ ਹੈ ਕਿ ਸਾਡੇ ਗੋਲਸ ਕੀ ਹੈਗੇ ਐਜ਼ ਅ ਫੈਮਿਲੀ, ਰਾਈਟ। ਤੇ ਜੇ ਅਸੀਂ ਉਹਨਾਂ ਗੋਲਸ ਤੇ ਐਗਰੀ ਹੁੰਨੇ ਆ, ਆਈ ਥਿੰਕ ਕਿ ਸਾਰੇ ਇਨਸਾਨ ਅਸੀਂ ਸੇਮ ਹੀ ਹੁੰਨੇ ਆ ਐਟ ਹਾਰਟ। ਐਵਰੀਬਡੀ ਨੂੰ ਇਹ ਲੱਗਦਾ ਕਿ ਹਾਂ ਮੈਨੂੰ ਸੁਣਿਆ ਜਾਵੇ, ਮੈਨੂੰ ਸਮਝਿਆ ਜਾਵੇ। ਪਰ ਕਈ ਵਾਰੀ ਇਹ ਹੁੰਦਾ ਕਿ ਐਜੂਕੇਸ਼ਨ ਦੀ ਘਾਟ ਹੋਣ ਕਰਕੇ ਅਸੀਂ ਸਾਰੇ ਇੱਕ ਪਲੇਟਫਾਰਮ ਤੇ ਇਕੱਠੇ ਨਹੀਂ ਹੋ ਸਕਦੇ, ਰਿਲੇਸ਼ਨ ਦਾ ਕਈ ਵਾਰੀ ਬੈਲੈਂਸ ਨਹੀਂ ਬਣਦਾ। ਸੋ ਵਰਿੰਦਰ ਜੀ, ਡੈਫੀਨੇਟਲੀ ਗੱਲਬਾਤ ਬਹੁਤ ਇੰਟਰਸਟਿੰਗ ਹੋ ਰਹੀ ਹੈ ਔਰ ਕੁਝ ਹੋਰ ਵੀ ਮੁੱਦਿਆਂ ਦੇ ਉੱਪਰ ਗੱਲਬਾਤ ਕਰਨੀ ਹੈ। ਸਮਾਂ ਬ੍ਰੇਕ ਦਾ ਹੋ ਗਿਆ, ਬ੍ਰੇਕ ਲੈ ਲਈਏ ਤੇ ਫਿਰ ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਸੋ ਤੁਸੀਂ ਕਿਤੇ ਨਾ ਜਾਣਾ ਜੀ, ਜਲਦ ਹਾਜ਼ਰ ਹੋਣੇ ਆ ਬ੍ਰੇਕ ਤੋਂ ਬਾਅਦ। ਤੁਸੀਂ ਦੇਖਦੇ ਰਹਿਣਾ ਪ੍ਰੋਗਰਾਮ ਐਡਮਿੰਟਨ ਡੈਰੀ। ਧੰਨਵਾਦ। ਪੰਜਾਬੀ ਨੈਸ਼ਨਲ ਟੈਲੀਵਿਜ਼ਨ ਤੇ ਆਪ ਜੀ ਦਾ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ। ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਐਡਮਿੰਟਨ ਡੈਰੀ ਤੇ ਜਿਵੇਂ ਤੁਹਾਨੂੰ ਦੱਸਿਆ ਕਿ ਅੱਜ ਅਸੀਂ ਮਦਰਸ ਡੇ ਸਪੈਸ਼ਲ ਪ੍ਰੋਗਰਾਮ ਜਿਹੜਾ ਵਾ ਕਰ ਰਹੇ ਹਾਂ ਔਰ ਮਹਿਮਾਨ ਦੇ ਤੌਰ ਤੇ ਸਾਡੇ ਨਾਲ ਜੁੜੇ ਨੇ ਵਰਿੰਦਰ ਕੌਰ ਜੀ। ਵਰਿੰਦਰ ਜੀ, ਮੁੜ ਜੀ ਆਇਆਂ ਨੂੰ। ਥੈਂਕ ਯੂ ਜੀ। ਤੇ ਵਰਿੰਦਰ ਜੀ, ਇੱਕ ਗੀਤ ਆ ਜਿਹਦੇ ਵਿੱਚ ਤੁਸੀਂ ਅਦਾਕਾਰੀ ਦੇ ਜੌਹਰ ਵੀ ਦਿਖਾਏ ਨੇ। ਥੈਂਕ ਯੂ ਜੀ। ਸਾਡੇ ਸ਼ਹਿਰ ਦੇ ਬੜੇ ਵਧੀਆ ਗਾਇਕ ਨੇ ਪੱਪੂ ਜੋਗਰ ਹੋਣੀ। ਹਾਂਜੀ। ਉਹ ਗੀਤ ਨੂੰ ਲਿਖਿਆ ਵਾ ਸੁਖੂ ਨੰਗਲ ਨੇ ਤੇ ਗੀਤ ਦੇ ਬੋਲ ਬਾ ਕਮਾਲ ਨੇ, ਗਾਇਆ ਬਹੁਤ ਸੋਹਣਾ ਭਾਜੀ ਨੇ। ਤੁਹਾਡੀ ਐਕਟਿੰਗ ਵੀ ਬਾ ਕਮਾਲ ਆ, ਤੁਸੀਂ ਉਹਦੇ ਵਿੱਚ ਮਾਂ ਦੇ ਤੌਰ ਤੇ ਐਕਟ ਕੀਤਾ ਵਾ। ਹਾਂਜੀ। ਤੇ ਗੀਤ ਦੇ ਬੋਲ ਮੈਂ ਦੋ ਕੁ ਸਾਂਝੇ ਕਰਦਾ ਵਾਂ, ਉੱਤੇ ਬਾਅਦ ਆਪਾਂ ਉਸ ਪਰ ਗੱਲਬਾਤ ਕਰਦੇ ਹਾਂ ਜੀ। ਕਿ ਬੈਠੀ ਜੰਨਤ ਦੇ ਵਿੱਚ ਸਾਡੀ ਖੈਰ ਮਨਾਉਂਦੀ ਹੈ ਮੀਂਹ, ਸੁਫਨੇ ਦੇ ਵਿੱਚ ਆ ਕੇ ਲਾੜ ਲਡਾਉਂਦੀ ਹੈ ਮੀਂਹ। ਗਾਣਾ ਤਾਂ ਕਾਫੀ ਲੰਬਾ ਵਾ ਪਰ ਬਹੁਤ ਸੋਹਣਾ ਗਾਣਾ ਵਾ। ਮੈਨੂੰ ਲੱਗਦਾ ਹਫਤਾ ਕੁ ਹੋਇਆ ਔਰ ਬਹੁਤ ਲੋਕਾਂ ਨੇ ਦੇਖ ਲਿਆ। ਮੈਂ ਕੌਮੈਂਟ ਦੇਖੇ ਆ, ਹਰ ਬੰਦੇ ਨੇ ਆਪਣੇ ਜੋ ਇਮੋਸ਼ਨਸ ਨੇ ਮਾਂ ਨੂੰ ਲੈ ਕੇ ਉਹ ਜ਼ਾਹਰ ਕੀਤੇ। ਔਰ ਗੀਤ ਮੈਨੂੰ ਲੱਗਦਾ ਵੀ ਖਾਸ ਕਰਕੇ ਗੀਤ ਉਹਨਾਂ ਬੱਚਿਆਂ ਲਈ ਮਾਵਾਂ ਲਈ ਇਹ ਸ਼ਰਧਾਂਜਲੀ ਹੈ ਜਿਨ੍ਹਾਂ ਬੱਚਿਆਂ ਨੇ ਆਪਣੀ ਮਾਂ ਖੋ ਦਿੱਤੀ ਹੈ ਜੀ, ਜਿਨ੍ਹਾਂ ਦੇ ਕੋਲ ਅੱਜ ਦੀ ਡੇਟ ਦੇ ਵਿੱਚ ਉਹਨਾਂ ਦੀ ਮਾਂ ਨਹੀਂ ਹੈ। ਔਰ ਉਹ ਸਾਰੇ ਬੱਚੇ ਜਿਹੜੇ ਆ, ਚਾਹੇ ਉਹ ਲੜਕੇ ਲੜਕੀਆਂ ਨੇ,
ਉਹਨਾਂ ਨੇ ਆਪਣੇ ਆਪ ਨੂੰ ਰਿਲੇਟ ਕੀਤਾ ਗਾਣੇ ਦੇ ਨਾਲ। ਬਿਲਕੁਲ। ਤੁਹਾਡਾ ਇਹ ਗੀਤ ਦੇ ਵਿੱਚ ਐਕਟ ਕਰਨ ਦਾ ਜਿਹੜਾ ਸਫ਼ਰ ਹੈ ਕਿਵੇਂ ਦਾ ਰਿਹਾ, ਇਹ ਜ਼ਰੂਰ ਦੱਸਿਓ। ਹਾਂਜੀ, ਉਸ ਤੋਂ ਬਾਅਦ ਹੋਰ ਗੱਲਬਾਤ ਕਰਦੇ ਹਾਂ। ਠੀਕ ਹੈ ਜੀ। ਹਾਂਜੀ, ਇਹ ਆਪਣਾ ਬਹੁਤ ਜਲਦੀ ਦੇ ਵਿੱਚ ਜਿਹੜਾ ਸੀਗਾ ਸਾਡਾ ਪ੍ਰੋਜੈਕਟ, ਤੇ ਮੈਨੂੰ ਬਹੁਤ ਖੁਸ਼ੀ ਹੈ ਕਿ ਇੰਨੀ ਸੋਹਣੀ ਇਹਦੀ ਆਊਟਪੁੱਟ ਆਪਾਂ ਨੂੰ ਮਿਲੀ ਹੈ। ਬਹੁਤ ਸਾਰੇ ਦੋਸਤਾਂ, ਰਿਸ਼ਤੇਦਾਰਾਂ ਦੇ ਤੇ ਹੋਰ ਵੀ ਬਹੁਤ ਸਾਰੇ ਲੋਕਾਂ ਦੇ ਸੁਨੇਹੇ ਆਏ ਹੈ, ਤੇ ਉਹਨਾਂ ਨੇ ਰੋਲ ਨੂੰ ਵੀ ਪਸੰਦ ਕੀਤਾ ਤੇ ਗੀਤ ਨੂੰ ਤਾਂ ਪਸੰਦ ਕੀਤਾ ਹੀ ਕੀਤਾ। ਤੇ ਇਹਦੇ ਚ ਮੈਨੂੰ ਸੀਗਾ ਕਿ ਕੋਈ ਵਧੀਆ ਪ੍ਰੋਜੈਕਟ ਹੋਵੇ ਤੇ ਆਪਾਂ ਕਰ ਸਕਦੇ ਹਾਂ। ਪਰਮਜੀਤ ਸਰ ਦਾ ਮੈਨੂੰ ਫੋਨ ਆਇਆ ਸੀਗਾ ਆਪਣੇ ਇੱਥੇ, ਸੋ ਉਹਨਾਂ ਨਾਲ ਥੀਏਟਰ ਨਾਲ ਕਾਫੀ ਲੰਬੇ ਸਮੇਂ ਤੋਂ ਜੁੜੇ ਹੋਏ ਨੇ। ਸੋ ਉਹਨਾਂ ਨੇ ਮੈਨੂੰ ਪੁੱਛਿਆ ਸੀਗਾ ਕਿ ਤੁਸੀਂ ਜੇਕਰ ਇਸ ਸੰਡੇ ਅਵੇਲੇਬਲ ਹੋ ਤਾਂ ਇਸ ਤਰ੍ਹਾਂ ਦਾ ਇੱਕ ਮਦਰ ਦਾ ਰੋਲ ਹੈ, ਜੇ ਤੁਸੀਂ ਕਰਨਾ ਚਾਹੁੰਦੇ ਹੋ ਤਾਂ। ਤੇ ਮੈਨੂੰ ਲੱਗਿਆ ਕਿ ਮੇਰੇ ਵਾਸਤੇ ਇਦੋਂ ਵਧੀਆ ਕੋਈ ਹੋ ਨਹੀਂ ਸਕਦਾ। ਮਦਰ ਡੇ ਦੇ ਵਿੱਚ, ਮਦਰ ਡੇ ਦੇ ਸੰਬੰਧ ਦੇ ਵਿੱਚ ਮਦਰ ਦਾ ਰੋਲ ਕੀਤਾ ਤਾਂ ਮਦਰ ਦਾ ਇੱਕ ਰੋਲ ਹੋਰ ਆਫਰ ਹੋ ਗਿਆ। ਸੋ ਤੁਹਾਡਾ ਤੇ ਮਦਰ ਡੇ ਸਫਲ ਹੋ ਗਿਆ ਜੀ ਫਿਰ। ਹਾਂਜੀ, ਸੋ ਮੈਨੂੰ ਸੀਗਾ ਕਿ ਇਹ ਆਵੇ, ਤੇ ਵੀਡੀਓ ਸਪੈਸ਼ਲੀ ਓਮਕਾਰ ਜੀ ਕਰ ਰਹੇ ਸੀਗੇ। ਫਿਰ ਮੈਨੂੰ ਓਮਕਾਰ ਜੀ ਦਾ ਫੋਨ ਆਇਆ, ਮੈਨੂੰ ਨਹੀਂ ਸੀ ਪਤਾ ਪਹਿਲਾਂ ਕਿ ਉਹਨਾਂ ਨੇ ਕਰਨਾ। ਸੋ ਓਮਕਾਰ ਹੇਅਰ ਬੜੇ ਅੱਛੇ ਸਾਡੇ ਇੱਥੋਂ ਦੇ ਲੋਕਲ ਐਡਮਿੰਟਨ ਦੇ ਉਹ ਆਰਟਿਸਟ ਨੇ, ਤੇ ਬੜਾ ਸੋਹਣਾ ਉਹਨਾਂ ਦਾ ਕੈਮਰੇ ਦੀਆਂ ਸਕਿੱਲਸ ਹੈਗੀਆਂ, ਤੇ ਬਹੁਤ ਸੋਹਣਾ ਸਾਡਾ ਟੀਮ ਵਰਕ ਹੋਇਆ। ਤੇ ਗੀਤ ਤੇ ਪੱਪੂ ਜੀ ਦਾ ਉਹਨਾਂ ਦਾ ਸੀ ਬਹੁਤ ਵਧੀਆ। ਤੇ ਬਸ ਫਿਰ ਇਹ ਅਸੀਂ ਬੜਾ ਇੰਜੋਏ ਕੀਤਾ ਸ਼ੂਟਿੰਗ, ਤੇ ਪਤਾ ਨਹੀਂ ਲੱਗਿਆ ਹੀ ਨਹੀਂਗਾ ਕਿ ਕੋਈ ਕੰਮ ਕਰ ਰਹੇ ਹਾਂ। ਬਿਲਕੁਲ ਬਿਲਕੁਲ। ਸੋ ਟੀਮ ਅੱਛੀ ਹੋਵੇ, ਪ੍ਰੋਜੈਕਟ ਅੱਛਾ ਹੋਵੇ, ਉਹ ਫਿਰ ਮਿੰਟੋ ਮਿੰਟੀ ਹੋ ਜਾਂਦਾ ਔਰ ਰਿਜ਼ਲਟ ਵੀ ਅੱਛੇ ਆਉਂਦੇ ਆ। ਜਿਵੇਂ ਤੁਸੀਂ ਜ਼ਿਕਰ ਕੀਤਾ ਵੀ ਸੁਖੂ ਨੰਗਲ ਨੇ ਲਿਖਿਆ ਵੀ ਬਹੁਤ ਸੋਹਣਾ ਵਾ, ਪੱਪੂ ਜੋਗਰ ਦੀ ਆਵਾਜ਼ ਬਾਕਮਾਲ, ਤੁਹਾਡੀ ਐਕਟਿੰਗ, ਸਾਰਾ ਕੁਛ ਹੀ, ਮਿਊਜ਼ਿਕ, ਐਵਰੀਥਿੰਗ ਵਾਜ਼ ਪਰਫੈਕਟ। ਔਰ ਜੇਕਰ ਆਪਾਂ ਗੱਲ ਕਰੀਏ ਅਜੋਕੇ ਸਮੇਂ ਦੀ, ਅਜੋਕੇ ਸਮੇਂ 'ਚ ਤੁਹਾਨੂੰ ਲੱਗਦਾ ਵੀ ਮਾਂ ਦੇ ਰੋਲ ਦੇ ਵਿੱਚ ਕਿੰਨਾ ਕੁ ਬਦਲਾਅ ਆ ਗਿਆ ਵਾ, ਤੇ ਉਹਦੀ ਭੂਮਿਕਾ ਜਿਹੜੀ ਹੈ ਕਿੰਨੀ ਕੁ ਚੇਂਜ ਹੋ ਗਈ ਹੈ? ਹਾਂਜੀ, ਜਿਵੇਂ ਆਪਾਂ ਹੁਣ ਪਹਿਲਾਂ ਗੱਲ ਕਰਕੇ ਹਟੇ ਹਾਂ ਕਿ ਪੁਰਾਣੇ ਜ਼ਮਾਨੇ 'ਚ ਕਿਵੇਂ ਦਾ ਰੋਲ ਸੀਗਾ, ਕਿਵੇਂ ਡਿਫਾਈਨ ਸੀ, ਤੇ ਹੁਣ ਸਪੈਸ਼ਲੀ ਇੱਥੇ ਜਦੋਂ ਅਸੀਂ ਅੱਜ ਦੇ ਟਾਈਮ ਦੇ ਵਿੱਚ ਕੈਨੇਡਾ 'ਚ ਗੱਲ ਕਰ ਰਹੇ ਹਾਂ, ਤੇ ਬਹੁਤ ਮੈਨੂੰ ਲੱਗਦਾ ਕਿ ਬਹੁਤ ਜ਼ਿਆਦਾ ਬਦਲਾਅ ਆਇਆ। ਸਾਨੂੰ ਬਦਲਣਾ ਇਹਦੇ ਵਿੱਚ ਬਹੁਤ ਜ਼ਿਆਦਾ, ਇੰਨੀ ਫਾਸਟ ਮਤਲਬ ਸਾਨੂੰ ਬਦਲਣਾ ਪੈ ਰਿਹਾ, ਤੇ ਅਸੀਂ ਸ਼ਾਇਦ ਉਸ ਸਪੇਸ ਦੇ ਨਾਲ ਬਦਲ ਨਹੀਂ ਰਹੇ। ਤੇ ਜਿਹੜੀਆਂ ਸਾਨੂੰ ਸਮੱਸਿਆਵਾਂ ਨੇ ਬੱਚਿਆਂ ਦੇ ਨਾਲ ਉਹ ਆ ਰਹੀਆਂ। ਸੋ ਉਹਦੇ 'ਚ ਇੱਕ ਤਾਂ ਇਹ ਚੀਜ਼ ਹੈ ਕਿ ਜਿਹੜਾ ਸਾਡਾ ਬਚਪਨ ਦਾ ਐਕਸਪੀਰੀਅੰਸ ਸੀਗਾ, ਜਾਂ ਸਾਡੇ ਜਿਹੜੇ ਉੱਥੋਂ ਦੇ ਐਕਸਪੀਰੀਅੰਸ ਸੀਗੇ, ਉਹ ਬਹੁਤ ਡਿਫਰੈਂਟ ਨੇ। ਤੇ ਅਸੀਂ ਹੁਣ ਜਿਹੜੇ ਸਾਡੇ ਬੱਚਿਆਂ ਦੇ ਐਕਸਪੀਰੀਅੰਸਿਸ ਨੇ ਉਹ ਬਹੁਤ ਅਲੱਗ ਨੇ। ਤੇ ਮੈਨੂੰ ਲੱਗਦਾ ਹੁੰਦਾ ਕਿ ਇੱਕ ਚੀਜ਼ ਅਸੀਂ ਇਹ ਸਮਝਣ 'ਚ ਬਹੁਤ ਦੇਰ ਕਰ ਦਿੰਦੇ ਹਾਂ ਕਿ ਮੇਰੇ ਬੱਚੇ, ਜੇ ਮੈਂ ਕਹਾਂ ਕਿ ਬਿਲਕੁਲ ਮੇਰੇ ਵਰਗੇ ਹੋਣਗੇ, ਜਾਂ ਮੇਰੀਆਂ ਜਿਹੜੀਆਂ ਐਕਸਪੈਕਟੇਸ਼ਨਸ ਨੇ ਕਿ ਮੈਂ ਚਾਹੁੰਦਾ ਮੇਰਾ ਬੱਚਾ ਐਂ ਕਰੇ, ਉਹ ਕਰੇ, ਇੱਦਾਂ ਹੋਵੇ, ਦੇ ਆਰ ਡਿਫਰੈਂਟ ਹਿਊਮਨ ਬੀਇੰਗਸ ਜੀ। ਅਸੀਂ ਬੱਚਿਆਂ ਨੂੰ ਪੈਦਾ ਕਰਕੇ ਕੋਈ ਅਧਿਕਾਰ ਨਹੀਂ ਲੈ ਲਿਆ ਕਿ ਵੀ ਹਾਂ ਜੋ ਮੈਂ ਚਾਹੁੰਦਾ ਉਹੀ ਹੋਊਗਾ। ਉਹਨਾਂ ਦੀ ਡਿਫਰੈਂਟ ਪਰਸਨੈਲਿਟੀ ਆ, ਉਹਨਾਂ ਕੋਲੇ ਹੋਰ ਗੱਲਾਂ ਨੇ, ਉਹਨਾਂ ਦੇ ਹੋਰ ਰੰਗ ਨੇ, ਸਾਡੇ ਰੰਗ ਹੋਰ ਨੇ। ਤੇ ਉਹ ਡੈਫੀਨੇਟਲੀ ਅਸੀਂ ਜਿਹੜੀਆਂ ਚੀਜ਼ਾਂ ਸਿਖਾਉਣੀਆਂ ਚਾਹੁੰਦੇ ਹਾਂ ਉਹ ਅਸੀਂ ਲੈਕਚਰ ਦੇ ਕੇ ਨਾ ਸਿਖਾਈਏ, ਤੇ ਅਸੀਂ ਆਪ ਪਹਿਲਾਂ ਰੋਲ ਮਾਡਲ ਬਣੀਏ ਬੱਚਿਆਂ ਵਾਸਤੇ। ਤੇ ਆਈ ਥਿੰਕ ਇਹ, ਜੇ ਮੈਂ ਹੁਣ ਇੱਥੇ ਬਹਿ ਕੇ ਗੱਲ ਕਰ ਰਹੀ ਹਾਂ ਇਹਦਾ ਮਤਲਬ ਇਹ ਨਹੀਂ ਕਿ ਮੈਂ ਪਰਫੈਕਟ ਆਂਗੀ। ਸੋ ਅਸੀਂ ਸਾਰੇ ਸਿੱਖਦੇ ਹਾਂ, ਅਸੀਂ ਆਪਣੀ ਜਰਨੀ ਕੋਸ਼ਿਸ਼ ਕਰ ਸਕਦੇ ਹਾਂ ਐਵਰੀ ਡੇ। ਜੇਕਰ ਅਸੀਂ ਸਿੱਖਦੇ ਰਹੀਏ, ਥੋੜਾ ਜਿਹਾ 1% ਵੀ ਬੈਟਰ ਹੋਈਏ, ਤੇ ਆਈ ਥਿੰਕ ਦੈਟ ਮੇਕਸ ਅ ਬਿਗ ਡਿਫਰੈਂਸ। ਕੋਸ਼ਿਸ਼ ਵੀ ਮੈਨੂੰ ਲੱਗਦਾ ਉਦੋਂ ਕਰ ਪਾਉਂਦੇ ਆਪਾਂ ਜਦੋਂ ਇਹ ਰੀਅਲਾਈਜ਼ ਕਰੀਏ ਵੀ ਸਮਥਿੰਗ ਇਜ਼ ਰੋਂਗ। ਐਗਜ਼ੈਕਟਲੀ। ਜਦੋਂ ਤੱਕ ਅਸੀਂ ਮੰਨਦੇ ਨਹੀਂ ਅਸੀਂ ਵੀ ਭਾਈ ਮੇਰੀਆਂ ਐਕਸਪੈਕਟੇਸ਼ਨ ਅਗਰ ਮੇਰੇ ਬੱਚੇ ਨਾਲ ਮੈਚ ਨਹੀਂ ਕਰ ਰਹੀਆਂ ਤੇ ਬੱਚੇ ਦਾ ਕਸੂਰ ਆ। ਹਾਂ, ਅਸੀਂ ਕਹਿੰਦੇ ਆ ਕਿ ਵੀ ਮੈਂ ਜੇ ਗੁੱਸੇ ਆ, ਜੇ ਕੁਛ ਗਲਤ ਹੋ ਗਿਆ ਬਿਕੋਜ਼ ਤੂੰ ਏਦਾਂ ਕਰਿਆ, ਇਹ ਸਾਰੀ ਤੇਰੀ ਗਲਤੀ ਹੈ, ਰਾਈਟ। ਸੋ ਬੱਚਿਆਂ ਦੀ ਆਪਣੀ ਜਰਨੀ ਆ, ਤੇ ਇੱਕ ਅਸੀਂ ਨਾ ਚੀਜ਼ਾਂ ਫਿਕਸ ਬਹੁਤ ਕਰਨੀਆਂ ਚਾਹੁੰਦੇ ਆ। ਅਸੀਂ ਚਾਹੁੰਦੇ ਆ ਕਿ ਅਸੀਂ ਬੱਚਿਆਂ ਵਾਸਤੇ ਫਟਾਫਟ ਸਾਰਾ ਕੁਝ ਫਿਕਸ ਕਰ ਦਈਏ, ਆਹ ਐਵੇਂ ਹੋ ਜਾਵੇ, ਮੇਰਾ ਬੱਚਾ ਛੇਤੀ ਇੱਥੋਂ ਤੱਕ ਆ ਕਰ ਲਵੇ। ਪਰ ਉਹਨਾਂ ਨੂੰ ਆਪਣੇ ਤਰੀਕੇ ਦੇ ਨਾਲ ਫਲੋਰਿਸ਼ ਹੋਣ ਦਿਓ। ਉਹ ਆਪਣੀ ਨਾਲੇ ਜਿਹੜਾ ਕੋਈ ਵੀ ਅਸੀਂ ਕਹਿੰਦੇ ਵੀ ਹਾਏ ਹਾਏ ਆਹ ਗਲਤੀ ਮੇਰੇ ਬੱਚੇ ਨੇ ਕਿਵੇਂ ਕਰ ਲਈ, ਇਹ ਹੋ ਕਿਵੇਂ ਗਿਆ। ਸੋ ਉਹ ਇੱਕ ਤਜਰਬਾ ਹੈ। ਬੱਚਿਆਂ ਦਾ ਹਜੇ ਬ੍ਰੇਨ ਜਿਹੜਾ ਹੈਗਾ ਉਹ ਡਿਵੈਲਪ ਹੋ ਰਿਹਾ, ਉਹਦੇ ਅਕੋਰਡਿੰਗ ਤੇ ਉਸ ਮਾਹੌਲ ਦੇ ਅਕੋਰਡਿੰਗ, ਜਾਂ ਅਸੀਂ ਬੱਚਿਆਂ ਨੂੰ ਜਿਹੜਾ ਘਰ ਦੇ ਵਿੱਚ ਮਾਹੌਲ ਦੇ ਰਹੇ ਹਾਂ, ਦੈਟ ਮੇਕਸ ਅ ਬਿਗ ਡਿਫਰੈਂਸ। ਡੈਫੀਨੇਟਲੀ ਜਿਹੜਾ ਘਰ ਦੇ ਵਿੱਚ ਜੇ ਮਾਹੌਲ ਸੁਖਾਵਾਂ ਨਹੀਂ ਹੈਗਾ ਤਾਂ ਡੈਫੀਨੇਟਲੀ ਜਿਹੜੇ ਸਾਡੇ ਬੱਚੇ ਆ ਉਹ ਡਿਪਰੈਸਡ ਹੋਣਗੇ,
ਤੇ ਜੇਕਰ ਹੋਰ ਇਹਦੇ ਨਾਲ ਜਿਹੜੇ ਬਹੁਤ ਜ਼ਿਆਦਾ ਚਾਂਸਸ ਵੱਧ ਜਾਂਦੇ ਆ ਬੱਚਿਆਂ ਦੇ, ਫਿਰ ਉਹਨਾਂ ਨੂੰ ਐਕਸਪ੍ਰੈਸ ਨਹੀਂ ਕਰਨਾ ਆਉਂਦਾ ਫੀਲਿੰਗਸ। ਜੇ ਸਾਡੇ ਬੱਚੇ ਫੀਲਿੰਗਸ ਐਕਸਪ੍ਰੈਸ ਵੀ ਕਰਦੇ ਆ ਤੇ ਅਸੀਂ ਕਹਿ ਦਿੰਦੇ ਲੈ ਤੈਨੂੰ ਕਿਵੇਂ ਗੁੱਸਾ ਆ ਗਿਆ, ਤੂੰ ਸੈਡ ਕਿਉਂ ਹੈ, ਤੂੰ ਐਵੇਂ ਦੁਖੀ ਰਹਿਣਾ ਬਿਨਾਂ ਗੱਲ ਤੋਂ ਹੀ, ਸਾਨੂੰ ਦੇਖ ਲਾ, ਸਾਨੂੰ ਤੇ ਅਸੀਂ ਮਿਹਨਤ ਕਿੰਨੀ ਕੀਤੀ ਆ, ਅਸੀਂ ਤੁਹਾਡੇ ਲਈ ਕੈਨੇਡਾ। ਮੈਂ ਵੀ ਕਹਿ ਦਿੰਦਾ ਕਈ ਵਾਰੀ ਬੱਚਿਆਂ ਨੂੰ, ਹਨਾ, ਸਾਨੂੰ ਲੱਗਦਾ ਹੁੰਦਾ ਵੀ ਭਾਈ ਮੈਂ ਬਹੁਤ ਮਿਹਨਤ ਕੀਤੀ ਆ, ਬੱਚਿਆਂ ਲਈ ਕੀਤੀ ਆ, ਵਿਚ ਇਜ਼ ਟਰੂ। ਬਟ ਅਗਰ ਉਹਨਾਂ ਨੂੰ ਆਪਾਂ ਬਾਰ-ਬਾਰ ਅਹਿਸਾਸ ਕਰਾਵਾਂਗੇ, ਮੈਨੂੰ ਲੱਗਦਾ ਕਿਤੇ ਨਾ ਕਿਤੇ ਤੇ ਅਸੀਂ ਨਾ ਬੱਚਿਆਂ ਦੀ ਜਿਹੜੀ ਹੋਂਦ ਆ ਉਹ ਕਿਤੇ ਨਾ ਕਿਤੇ ਜਦੋਂ ਉਹਨਾਂ ਨੂੰ ਐ ਲੱਗਣ ਲੱਗ ਜਾਂਦਾ ਕਿ ਅਸੀਂ ਮੈਟਰ ਨਹੀਂ ਕਰਦੇ, ਦੈਟ ਇਜ਼ ਦ ਬਿਗੇਸਟ ਇਸ਼ੂ। ਤੇ ਜਦੋਂ ਉਹਨਾਂ ਦੀਆਂ ਫੀਲਿੰਗਸ ਨੇ, ਜੇਕਰ ਬੱਚਾ ਕੋਈ ਉਦਾਸ ਫੀਲ ਕਰ ਰਿਹਾ ਤਾਂ ਅਸੀਂ ਪੁੱਛੀਏ ਕਿ ਹਾਂ ਤੂੰ ਕਿਵੇਂ ਫੀਲ ਕਰ ਰਿਹਾ, ਇਹ ਨਹੀਂ ਵੀ ਤੂੰ ਦੁਖੀ ਆ, ਤੂੰ ਉਦਾਸ ਹੈ, ਤੂੰ ਅਪਸੈਟ ਆ। ਅਸੀਂ ਆਪਣੇ ਕੋਲੋਂ ਹੀ ਨਾ ਫੀਲਿੰਗਸ ਦਈਏ, ਬੱਚੇ ਨੂੰ ਪੁੱਛੀਏ ਕਿ ਤੂੰ ਕਿਵੇਂ ਫੀਲ ਕਰ ਰਿਹਾ, ਮੈਨੂੰ ਇਹਦੇ ਬਾਰੇ ਹੋਰ ਦੱਸ। ਤੇ ਜਦੋਂ ਅਸੀਂ ਕਹਿ ਦਿੰਦੇ ਆ, ਬੱਚਾ ਤਾਂ ਕਹਿ ਰਿਹਾ ਕਿ ਮੈਂ ਇਸ ਤਰ੍ਹਾਂ ਫੀਲ ਕਰ ਰਿਹਾ, ਅਸੀਂ ਕਹਿ ਰਹੇ ਹਾਂ ਵੀ ਕਿਉਂ ਕਰ ਰਿਹਾ, ਐ ਹੋਣਾ ਹੀ ਨਹੀਂ ਚਾਹੀਦਾ, ਹਨਾ, ਤੈਨੂੰ ਮੈਂ ਇਦਾਂ ਨਹੀਂ ਕਰਦਾ, ਤੂੰ ਇਦਾਂ ਕਿਉਂ ਕਰਦਾ, ਰਾਈਟ। ਸੋ ਉਹ ਬੱਚੇ ਨੇ, ਉਹ ਅਜੇ ਲਰਨ ਕਰ ਰਹੇ ਆ। ਜਿੰਨਾ ਚਿਰ ਅਸੀਂ ਉਹ ਕਨੈਕਸ਼ਨ ਨਹੀਂ ਨਾ ਬਣਾਉਂਦੇ ਤੇ ਉਹਨਾਂ ਚਿਰ ਉਹ ਜਿਹੜੀ ਚੀਜ਼ ਹੈਗੀ ਆ ਉਹ ਔਖੀ ਆ, ਫਿਰ ਸਾਨੂੰ ਪ੍ਰੋਬਲਮਸ ਆਉਂਦੀਆਂ, ਫਿਰ ਸਾਡੇ ਬੱਚੇ ਸਾਡੇ ਤੋਂ ਚੀਜ਼ਾਂ ਹਾਈਡ ਵੀ ਕਰਦੇ ਆ ਜੀ। ਤੇ ਉਹ ਇਹ ਹੈ ਕਿ ਇੱਕ ਕਨੈਕਸ਼ਨ ਹੋਣਾ, ਜਦੋਂ ਅਸੀਂ ਉਹਨਾਂ ਦੀਆਂ ਫੀਲਿੰਗਸ ਨੂੰ ਅੰਡਰਸਟੈਂਡ ਕਰਾਂਗੇ, ਅਸੀਂ ਉਹਨਾਂ ਨੂੰ ਸਮਝਾਂਗੇ, ਤੇ ਸਾਰਿਆਂ ਦੀ ਇੱਕ ਹੀ ਲੋੜ ਹੈ ਕਿ ਹਾਂ ਕਿ ਆਈ ਹੀਅਰ ਯੂ, ਆਈ ਅੰਡਰਸਟੈਂਡ ਯੂ, ਆਮ ਹੇਅਰ ਫॉर ਯੂ, ਆਮ ਹੇਅਰ ਫॉर ਯੂ, ਦੈਟਸ ਓਕੇ। ਤੇ ਜਦੋਂ ਹੀ ਅਸੀਂ ਕਹਿ ਦਿੰਦੇ ਆ ਕਿ ਈਗੋ ਸਾਡੀ ਬਹੁਤ ਆ ਜਾਂਦੀ ਹੈ ਵਿੱਚ, ਅਸੀਂ ਕਹਿ ਦਿੰਦੇ ਆ ਕਿ ਪਾਵਰ ਸਟਰਗਲ ਆ ਜਾਂਦੀ ਹੈ ਕਿ ਮੈਂ ਆ ਪਿਓ, I am the mom, I am the dad, like who are you, right, you need to listen me, so ਉਹ ਪਾਵਰ ਸਟਰਗਲ ਆ ਸਾਡੀ, ਸੋ ਸਾਨੂੰ ਉਹ ਛੱਡਣੀ ਪੈਣੀ ਹੈ ਜੀ। ਵਰਿੰਦਰ ਜੀ, ਦਰਸ਼ਕਾਂ ਨੂੰ ਆਪਾਂ ਪਹਿਲਾਂ ਵੀ ਦੱਸਿਆ ਵੀ ਤੁਸੀਂ ਲਿਖਣਾ ਵੀ ਪਸੰਦ ਕਰਦੇ ਜੇ, ਔਰ ਇੱਕ ਮੇਰੇ ਕੋਲ ਇੱਕ ਕਿਤਾਬ ਹੈ ਇਹਨਾਂ ਦੀ ਜੀ, ਇਹਨਾਂ ਤੋਂ ਇਲਾਵਾ ਹੋਰ ਵੀ ਕੁਝ ਰਾਈਟਰਸ ਨੇ ਜਿਨ੍ਹਾਂ ਨੇ ਇਹਦੇ ਵਿੱਚ ਲਿਖਿਆ ਵਾ, ਬਹੁਤ ਬਾਕਮਾਲ ਕਿਤਾਬ ਆ। ਲਵੈਂਡਰ ਇਹਦਾ ਨਾਮ ਆ ਕਿਤਾਬ ਦਾ, ਕੈਨੇਡਾ ਦੀ ਚੁਣਵੀਂ ਪੰਜਾਬੀ ਕਵਿਤਾ। ਔਰ ਜਿਵੇਂ ਨਾਮ ਆ ਔਰ ਜਿਵੇਂ ਦੇ ਰੰਗ ਨੇ ਤੇ ਜਿਵੇਂ ਲਵੈਂਡਰ ਦੀ ਖੁਸ਼ਬੂ ਹੁੰਦੀ ਆ ਜੀ, ਉੱਦਾਂ ਦਾ ਕੋਈ ਇੱਕ ਅੱਧਾ ਕੋਈ ਸ਼ੇਰ, ਕੋਈ ਕਵਿਤਾ ਸੁਣਾ ਦਿਓ ਜੀ ਫਿਰ। ਠੀਕ ਹੈ ਜੀ, ਆਪਾਂ ਇਹਦੇ 'ਚ ਕਵਿਤਾ ਜਿਹੜੀ ਹੈਗੀ ਆ ਉਹ ਸਾਂਝੀ ਕਰਦੇ ਹਾਂ ਜੀ। ਇਹ ਕਿਤਾਬ ਮੈਂ ਬਹੁਤ ਥੈਂਕਫੁਲ ਹਾਂ, ਆਮ ਸੋ ਬਲੈਸਡ ਕਿ ਜਿਹੜੀਆਂ ਮੇਰੀਆਂ ਕਵਿਤਾਵਾਂ ਇਹਦਾ ਹਿੱਸਾ ਬਣੀਆਂ। ਤੇ ਇਹਦੇ ਨਾਲ ਮੈਂ ਇੱਕ ਚੀਜ਼ ਹੋਰ ਵੀ ਕਹਿਣਾ ਚਾਹੂੰਗੀ ਕਿ ਸਾਡੇ ਕੋਲੇ ਪਲੇਟਫਾਰਮ ਨੇ, ਅਸੀਂ ਕਈ ਵਾਰੀ ਕਹਿੰਦੇ ਰਹਿੰਦੇ ਹਾਂ ਕਿ ਮੈਨੂੰ ਚਾਂਸ ਨਹੀਂ ਮਿਲਦਾ, ਹਾਏ ਮੈਂ ਤਾਂ ਐਂ ਕਰਦਾ ਹੁੰਦਾ ਸੀ, ਮੈਂ ਐਂ ਕਰਦੀ ਹੁੰਦੀ ਸੀ, ਮੈਨੂੰ ਤਾਂ ਕੋਈ ਚਾਂਸ ਹੀ ਨਹੀਂ ਮਿਲਦਾ, ਕੁਛ ਨਹੀਂ। ਸੋ ਸਾਡੇ ਕੋਲੇ ਜਿਹੜਾ ਸੋਸ਼ਲ ਮੀਡੀਆ ਹੈਗਾ, ਅਸੀਂ ਉਹਨੂੰ ਬਹੁਤ ਸੋਹਣੇ ਤਰੀਕੇ ਦੇ ਨਾਲ ਯੂਜ਼ ਕਰ ਸਕਦੇ ਹਾਂ। ਸੋ ਜਿਵੇਂ ਮੈਂ ਆਪਣੀਆਂ ਕਵਿਤਾਵਾਂ ਆਪਣੀ ਖੁਸ਼ੀ ਵਾਸਤੇ ਲਿਖਦੀ ਹਾਂ ਮੈਂ, ਤੇ ਲਿਖਣ ਨੇ ਮੈਨੂੰ ਇਟਸ ਲਾਈਕ ਮੈਡੀਟੇਸ਼ਨ, ਹੈ ਨਾ, ਸਾਰਾ ਕੁਛ ਭੁੱਲ ਜਾਂਦਾ। ਔਰ ਬੜੇ ਚੰਗੇ ਲੋਕਾਂ ਨਾਲ ਕਈ ਵਾਰੀ ਤੁਹਾਡੇ ਕਨੈਕਸ਼ਨ ਵੀ ਬਣ ਜਾਂਦੇ ਆ। ਜਿਵੇਂ ਮੈਂ ਕਈ ਵਾਰੀ ਦੇਖਿਆ, ਰਾਣਾ ਰਣਵੀਰ ਪੰਜਾਬੀ ਇੰਡਸਟਰੀ ਦੇ ਬਹੁਤ ਵਧੀਆ ਐਕਟਰ ਨੇ, ਡਾਇਰੈਕਟਰ ਨੇ, ਲੇਖਕ ਨੇ, ਉਹ ਵੀ ਤੁਹਾਡੀਆਂ ਕਈ ਵਾਰੀ ਕਵਿਤਾਵਾਂ ਬੋਲਦੇ ਨੇ, ਤਾਂ ਮੈਨੂੰ ਲੱਗਦਾ ਕਿਤੇ ਨਾ ਕਿਤੇ ਖੁਸ਼ੀ, ਪ੍ਰਾਊਡ ਫੀਲ ਹੁੰਦਾ ਫਿਰ। ਹਾਂਜੀ ਬਿਲਕੁਲ, ਉਹਨਾਂ ਨੇ ਇੱਕ ਵਾਰੀ ਮੇਰੀਆਂ 2 ਕਵਿਤਾਵਾਂ ਜਿਹੜੀਆਂ ਬੋਲੀਆਂ ਸੀਗੀਆਂ, ਤੇ ਮੈਂ ਐਕਚੁਅਲੀ ਉਹਨਾਂ ਤੋਂ ਕਲਾਸਿਸ ਲਈਆਂ ਸੀਗੀਆਂ ਐਕਟਿੰਗ ਦੀਆਂ ਤੇ ਰਾਈਟਿੰਗ ਦੀਆਂ। ਵਾਹ। ਤੇ ਮੈਨੂੰ ਜਦੋਂ ਮੈਂ 5 ਸਾਲ ਪਹਿਲਾਂ ਬਿਲਕੁਲ ਜ਼ੀਰੋ ਤੋਂ ਸਟਾਰਟ ਕੀਤਾ ਐਂਡ ਆਈ ਵਾਸ ਸਕੈਟਰਡ, ਉਸ ਟਾਈਮ ਤੇ ਮੈਂ ਫੁੱਲ ਟਾਈਮ ਪੜ੍ਹਾਈ ਵੀ ਕਰ ਰਹੀ ਸੀ, ਮੈਂ 2 ਜੌਬਸ ਵੀ ਕਰ ਰਹੀ ਸੀਗੀ, ਪਰ ਮੈਨੂੰ ਇਹ ਸੀ ਕਿ ਮੈਂ ਕੁਛ ਆਪਣੇ ਲਈ ਕਰਨਾ। ਤੇ ਉਦੋਂ ਮੈਂ ਰਾਈਟਿੰਗ ਦੀਆਂ ਕਲਾਸਿਸ ਸ਼ੁਰੂ ਕੀਤੀਆਂ, ਤੇ ਜਿਹੜੀ ਰਾਈਟਿੰਗ ਆ ਉਹ ਮੇਰੇ ਲਈ ਇੱਕ ਦਵਾਈ ਦੇ ਤੌਰ ਤੇ ਉਹਨੇ ਕੰਮ ਕੀਤਾ। ਸੋ ਬਹੁਤ ਕੁਛ ਰਾਈਟਿੰਗ ਦੇ ਥਰੂ ਲਵੈਂਡਰ ਦਾ ਕੰਮ ਕੀਤਾ ਨੇ। ਹਾਂਜੀ, ਤੇ ਉਹ ਕਵਿਤਾਵਾਂ ਇਹਦੇ ਵਿੱਚ ਛਪੀਆਂ ਨੇ, ਤੇ ਆਪਾਂ ਇੱਕ ਕਵਿਤਾ ਉਹਦੇ ਚੋਂ ਸਾਂਝੀ ਕਰਦੇ ਹਾਂ। ਕਵਿਤਾ ਦਾ ਨਾਮ ਹੈ ਦੇਹੀ। ਅੱਜ ਸ਼ਵ ਆਸਨ 'ਚ ਮੈਂ ਜਿਉਂਦੀ ਸੀ, ਦੇਹੀ ਜਾਗ ਰਹੀ ਸੀ, ਸੁਣ ਰਹੀ ਸੀ ਇਹਦੀ ਆਵਾਜ਼, ਹੈਰਾਨ ਆ ਮੈਂ, ਪਰੇਸ਼ਾਨ ਵੀ। ਬਹੁਤ ਸਾਲ ਨਹੀਂ, ਦਹਾਕਿਆਂ ਬੱਧੀ ਦੇਹੀ ਦੀ ਕੋਈ ਆਵਾਜ਼, ਕੋਈ ਹਾਕ ਸੁਣੀ ਨਹੀਂ। ਉਦੋਂ ਤਾਂ ਦੇਹੀ ਘੂਕ ਸੁੱਤੀਆਂ ਚਾਰੇ ਕੰਧਾਂ ਦੇ ਵਿਚਕਾਰ ਕਿਸੇ ਕੋਨੇ 'ਚ ਪਿਆ ਕੋਈ ਸਹਿਕਦਾ ਸ਼ਵ ਹੀ ਸੀ। ਜਦੋਂ ਦੇਹੀ ਨੂੰ ਸੁਣਨਾ ਸ਼ੁਰੂ ਕੀਤਾ ਤਾਂ ਸੁਣੀਆਂ ਨੇ ਚੀਕਾਂ, ਵਿਰਲਾਪ, ਕੁਰਲਾਹਟ ਤੇ ਤਰਲੇ। ਤੇ ਮੈਂ ਡਰ ਕੇ ਸੁਹਾਗ ਸੁਣਨ ਲੱਗ ਜਾਂਦੀ, ਉੱਚੀ ਉੱਚੀ ਗਾਉਂਦੀ, ਜ਼ੋਰ ਜ਼ੋਰ ਦੀ ਅੱਡੀਆਂ ਮਾਰ ਮਾਰ ਕੇ ਨੱਚਦੀ ਕਿ ਨਾ ਸੁਣੇ ਉਹ ਸਭ। ਹਰ ਵਾਰ ਦੱਬ ਦਿੰਦੀ ਆਪਣੇ ਅੰਦਰ ਉਸ ਕਬਰ 'ਚ, ਕਿੰਨਾ ਕੁਝ ਦੱਬਿਆ ਮੈਂ,
ਦਬਦੀ ਰਹੀ, ਬਸ ਦਬਦੀ ਰਹੀ ਜਦੋਂ ਤੱਕ ਉਹ ਬਾਹਰ ਨਹੀਂ ਆ ਗਿਆ। ਫਿਰ ਵੀ ਕਿਉਂ ਸੁਣਦੇ ਨੇ ਮੈਨੂੰ ਮੇਰੀ ਰੂਹ ਦੇ ਕੀਰਨਿਆਂ ਦੇ ਨਾਲ ਨਾਲ ਮੇਰੀ ਦੇਹੀ ਦੇ ਕੀਰਨੇ, ਕਿਉਂ ਨਹੀਂ ਸੁਣੇ ਉਦੋਂ ਮੈਨੂੰ। ਅੱਜ ਸ਼ਵ ਆਸਨ 'ਚ ਦੇਹੀ ਜਿਉਂਦੀ ਸੀ, ਮੈਂ ਜਾਗ ਰਹੀ ਸੀ। ਬਾਹਰ ਜਾਂਦੇ ਸਾਹ ਨਾਲ ਬਾਹਰ ਤੱਕ ਰਹੀ ਸੀ ਉਹ ਸਾਰੇ ਧੱਕੇ ਜੋ ਮੈਂ ਆਪਣੀ ਦੇਹੀ ਨਾਲ ਹੋਣ ਦਿੱਤੇ। ਹੁਣ ਮੈਨੂੰ ਦੇਹੀ ਦੀ ਪਿਆਰ ਨਾਲ ਮਾਰੀ ਹਾਕ ਸੁਣਦੀ ਹੈ, ਮੈਂ ਇਸ ਨੂੰ ਗੁਣਗੁਣਾਉਂਦੇ ਸੁਣਦੀ ਹਾਂ, ਇਹਦੀ ਕਿਲਕਾਰੀਆਂ ਸੁਣਦੀ ਹਾਂ, ਇਹਨੂੰ ਖਿੜਦੇ ਵੇਖਦੀ ਹਾਂ, ਦੇਹੀ ਜਿਉਂਦੀ ਆ। ਕੀ ਬਾਤ ਹੈ, ਥੈਂਕ ਕੀ ਯੂ ਬਾਤ ਹੈ। ਨਹੀਂ, ਬਹੁਤ ਗਹਿਰਾਈ ਵਾਲੀ ਕਵਿਤਾ ਵਾ, ਜਜ਼ਬਾਤ ਨੇ ਤੁਹਾਡੇ ਇਹਦੇ ਵਿੱਚ। ਮੈਂ ਨਾ ਕੁਝ ਇੱਥੇ ਸਾਡੇ ਸ਼ਹਿਰ ਦੇ ਇੱਕ ਬੜੇ ਵਧੀਆ ਕਵੀ ਨੇ, ਹਾਂਜੀ, ਸਾਡੇ ਮਿੱਤਰ ਨੇ, ਸਤਿਕਾਰਯੋਗ ਵੱਡੇ ਭਰਾ ਨੇ, ਪਵਿੱਤਰ ਧਾਲੀਵਾਲ। ਜਦੋਂ ਵੀ ਉਹਨਾਂ ਨੂੰ ਮੈਂ ਬੇਨਤੀ ਕਰਾਂ ਵੀ ਭਾਜੀ ਇਸ ਟੌਪਿਕ ਤੇ ਕੁਝ ਲਿਖਣਾ ਵਾ ਹਾਂਜੀ, ਜਾਂ ਕੁਝ ਹੈਗਾ ਵਾ, ਤੇ ਵਿਦਿਨ ਫਿਊ ਆਵਰਸ ਜਾਂ ਇੱਕ ਅੱਧੇ ਦਿਨ ਦੇ ਵਿੱਚ ਲਿਖ ਕੇ ਭੇਜ ਦਿੰਦੇ। ਉਹਨਾਂ ਨੂੰ ਮੈਂ ਬੇਨਤੀ ਕੀਤੀ ਵੀ ਮਾਂ ਟੌਪਿਕ ਦੇ ਉੱਪਰ ਇਸ ਵਾਰੀ ਅਸੀਂ ਕੋਈ ਡਿਸਕਸ਼ਨ ਕਰਨੀ ਆ ਮਹਿਮਾਨ ਦੇ ਨਾਲ, ਤੇ ਕੁਝ ਲਿਖ ਕੇ ਦਿਓ। ਹਾਂਜੀ, ਤੇ ਉਹਨਾਂ ਨੇ ਕੁਝ ਸਤਰਾਂ ਲਿਖੀਆਂ ਨੇ, ਉਹ ਮੈਂ ਤੁਹਾਡੇ ਨਾਲ ਸਾਂਝੀਆਂ ਕਰਾਂਗਾ, ਫਿਰ ਤੁਹਾਡੀ ਪ੍ਰਤੀਕਿਰਿਆ ਵੀ ਲਵਾਂਗੇ ਇਹਦੇ ਉੱਪਰ। ਜੀ। ਕਹਿੰਦੇ ਜੀ ਕਿ ਮਾਵਾਂ ਬਿਨ ਰਹਿੰਦੇ ਠੰਡੇ ਚੁੱਲ੍ਹੇ, ਮਾਵਾਂ ਨਾਲ ਆਉਂਦੇ ਠੰਡੇ ਬੁੱਲੇ, ਆਹ ਠੰਡੇ ਚੁੱਲ੍ਹੇ ਤੇ ਠੰਡੇ ਬੁੱਲੇ, ਜੀ। ਮਾਂ ਦੀ ਗੋਦ ਜਿਹਾ ਨਿੱਘ ਨਾ ਕੋਈ, ਤੇ ਮਾਂ ਤੋਂ ਵੱਧ ਸੁਰੱਖਿਅਤ ਥਾਂ ਨਾ ਕੋਈ। ਸਹੀ ਹੈ। ਬੱਚੇ ਨੂੰ ਪੁੱਛ ਕੇ ਵੇਖੋ ਸਭ ਤੋਂ ਵੱਧ ਸੁਰੱਖਿਅਤ ਥਾਂ ਕਿੱਥੇ ਹੈ। ਬਿਲਕੁਲ। ਮਾਂ ਦੇ ਵਰਗੀ ਦੁਆ ਨਾ ਮਿਲਦੀ, ਮਾਂ ਦੇ ਵਰਗੀ ਦੁਆ ਨਾ ਮਿਲਦੀ, ਮਾਂ ਵਰਗੀ ਹਾਂ ਨਹੀਂ ਮਿਲਦੀ। ਮਾਂ ਦੇ ਵਰਗਾ ਕਿਤੇ ਬਿਰਖ ਨਾ ਕੋਈ, ਤੇ ਮਾਂ ਤੋਂ ਵੱਧ ਸੁਰੱਖਿਅਤ ਥਾਂ ਨਹੀਂ ਕੋਈ। ਵਾਹ, ਬਹੁਤ ਸੋਹਣੀਆਂ। ਇਹ ਹੋਰ ਵੀ ਪੰਕਤੀਆਂ ਸੀ, ਪਰ ਮੈਨੂੰ ਲੱਗਾ ਵੀ ਸਮੇਂ ਦੀ ਨਜ਼ਾਕਤ ਤੋਂ ਸਮਝਦੇ ਹੋਏ ਕੁਝ ਖਾਸ ਅੰਸ਼ ਜਿਹੜੇ ਆ ਉਹ ਤੁਹਾਡੇ ਨਾਲ ਸਾਂਝੇ ਕੀਤੇ ਆ। ਮੈਂ ਚਾਹਾਂਗਾ ਕਿ ਤੁਸੀਂ ਆਪਣਾ ਜਿਹੜਾ ਤਜਰਬਾ ਵਾ ਚਾਈਲਡ ਕੇਅਰ ਦੇ ਵਿੱਚ ਬੱਚਿਆਂ ਨਾਲ ਤੁਸੀਂ ਕੰਮ ਕੀਤਾ ਵਾ, ਮੈਨੂੰ ਲੱਗਦਾ ਵੀ ਬਹੁਤ ਵੱਡਾ ਇੱਕ ਤਜਰਬਾ ਹੁੰਦਾ ਵਾ। ਉਸ ਤਜਰਬੇ ਦੇ ਵਿੱਚ ਤੁਸੀਂ ਕੀ ਮਹਿਸੂਸ ਕੀਤਾ ਵੀ ਜਿਹੜੇ ਬੱਚੇ ਨੇ ਅੱਜ ਕੱਲ੍ਹ ਉਹਨਾਂ ਦੀਆਂ ਕੀ ਮੁਸ਼ਕਲਾਂ ਨੇ, ਤੇ ਪੇਰੈਂਟਸ ਦੇ ਨਾਲ ਉਹਨਾਂ ਦੇ ਜਿਹੜੇ ਕਨੈਕਸ਼ਨ ਜਿਹੜੇ ਆ ਜਿੱਦਾਂ ਦੇ ਬਣਨੇ ਚਾਹੀਦੇ ਆ, ਜਿੱਦਾਂ ਆਪਾਂ ਫੀਲ ਕਰਦੇ ਹਾਂ, ਤੁਸੀਂ ਫੀਲ ਕਰਦੇ ਹੋਗੇ, ਮੈਂ ਕਰਦਾ, ਦਰਸ਼ਕ ਕਰਦੇ ਹੋਣਗੇ, ਬਈ ਇੰਪਰੂਵਡ ਜਿਹੜੇ ਰਿਲੇਸ਼ਨਸ਼ਿਪ ਆ ਉਹ ਕਿਵੇਂ ਬਣਾਏ ਜਾ ਸਕਦੇ ਨੇ। ਇੰਪਰੂਵਡ ਰਿਲੇਸ਼ਨਸ਼ਿਪ, ਜਿਵੇਂ ਆਪਾਂ ਪਹਿਲਾਂ ਗੱਲ ਕੀਤੀ, ਅੱਜ ਕੱਲ੍ਹ ਜਿਹੜੇ ਹੁਣ ਬਹੁਤ ਛੋਟੇ ਬੱਚੇ ਨੇ ਸਾਡੇ ਕੋਲੇ, ਇੰਨੇ ਕੁ ਗੈਜਟਸ ਆ ਗਏ ਨੇ, ਅਸੀਂ ਬਹੁਤ ਬਿਜ਼ੀ ਹਾਂ, ਤੇ ਉਹ ਨੈਚੁਰਲੀ ਇੱਕ ਕੁਇਕ ਜਿਹੜਾ ਹੈਗਾ, ਕਈ ਵਾਰੀ ਐ ਹੁੰਦਾ ਕਿ ਆਪਾਂ ਕੰਮ ਕਰਨਾ, ਚਲੋ ਬੱਚੇ ਨੂੰ ਆਹ ਦੇ ਦਿਓ, ਤੇ ਕਈ ਵਾਰੀ ਆਰੇ ਲਾ ਦਿਓ, ਹੈ ਨਾ। ਬੱਚਾ ਉਹ ਚੀਜ਼ ਦੇਖ ਰਿਹਾ, ਅਸੀਂ ਸੋਚਦੇ ਹਾਂ ਕਿ ਬੱਚਾ ਸਿੱਖ ਰਿਹਾ, ਡੈਫੀਨੇਟਲੀ ਉਹ ਕੁਛ ਚੀਜ਼ਾਂ ਸਿੱਖ ਰਿਹਾ। ਤੇ ਇੱਕ ਤਾਂ ਇਹ ਹੈ ਕਿ ਬੱਚੇ ਮਸ਼ੀਨੀ ਆਵਾਜ਼ਾਂ ਜਿਹੜੀਆਂ ਹੈਗੀਆਂ ਉਹ ਜ਼ਿਆਦਾ ਸੁਣ ਰਹੇ ਆ, ਉਹਨਾਂ ਨੂੰ ਜਿਹੜੀ ਸਾਡੀਆਂ ਪਿਆਰ ਭਰੀ ਆਵਾਜ਼ ਜਿਹੜੀ ਸਾਡੀ ਹੈਗੀ ਆ, ਕੋਈ ਅਸੀਂ ਕਿਵੇਂ ਗੱਲਾਂ ਕਰਦੇ ਹਾਂ, ਕਿਵੇਂ ਮਹਿਸੂਸ ਕਰਦੇ ਹਾਂ, ਹੈ ਨਾ, ਤੇ ਉਹ ਚੀਜ਼ਾਂ ਨੂੰ ਉਹ ਬਹੁਤ ਘੱਟ ਮਹਿਸੂਸ ਕਰ ਰਹੇ ਆ, ਬਹੁਤ ਘੱਟ ਸੁਣ ਰਹੇ ਆ। ਤੇ ਇਸ ਚੀਜ਼ ਦਾ ਉਹਨਾਂ ਦੇ ਉੱਤੇ ਬਹੁਤ ਜਿਹੜਾ ਹੈਗਾ ਵੱਡਾ ਅਸਰ ਹੁੰਦਾ। ਸੋ ਸਪੈਸ਼ਲੀ ਜਿਹੜਾ ਬੱਚੇ ਦੇ ਪੈਦਾ ਹੋਣ ਤੋਂ ਲੈ ਕੇ ਜਿਹੜਾ ਪਹਿਲਾ 1 ਸਾਲ ਆ, ਸੋ ਡੈਫੀਨੇਟਲੀ ਜਿਹੜੀ ਮਾਂ ਦੀ ਸਟੇਟ ਆਫ ਮਾਈਂਡ ਆ, ਜਾਂ ਸਾਡਾ ਕੋਈ ਕਿਹੋ ਜਿਹਾ এনवायरमेंट ਆ, ਉਹਦਾ ਤਾਂ ਸਾਨੂੰ ਪਤਾ ਹੈ ਕਿ ਅਸਰ ਹੁੰਦਾ ਹੀ ਹੁੰਦਾ ਬੱਚੇ ਤੇ। ਪਰ ਜਿਹੜਾ ਪਹਿਲੇ ਸਾਲ ਦੇ ਵਿੱਚ ਜਿੰਨਾ ਅਸੀਂ ਪਿਆਰ ਬੱਚੇ ਨੂੰ ਦੇ ਸਕਦੇ ਹਾਂ, ਇਹ ਮੈਂ ਨਹੀਂ ਕਹਿੰਦੀ, ਇਹ ਰਿਸਰਚ ਕਹਿੰਦੀ ਹੈ ਕਿ ਜੇਕਰ ਉਸ 1 ਸਾਲ ਦੇ ਵਿੱਚ ਉਹ ਕਮੀ ਆ ਗਈ, ਤਾਂ ਉਹ ਤੁਸੀਂ ਉਦੋਂ ਪਿਛਲੇ ਸਾਲ ਚਾਹੇ ਤੁਸੀਂ ਮਾਲਾ ਮਾਲ ਕਰ ਦਿਓ ਬੱਚੇ ਨੂੰ ਪਿਆਰ ਦੇ ਨਾਲ, ਪਰ ਉਹ ਜਿਹੜਾ ਬ੍ਰੇਨ ਦੇ ਉੱਤੇ ਇਫੈਕਟ ਜਿਹੜਾ ਹੈਗਾ, ਉਹ ਅਸੀਂ ਉਹਨੂੰ ਰਿਕਵਰ ਨਹੀਂ ਕਰ ਸਕਦੇ। ਸੋ ਸਪੈਸ਼ਲੀ ਜਦੋਂ ਬੱਚੇ ਛੋਟੇ ਨੇ, ਉਹਨਾਂ ਦੀ ਬ੍ਰੇਨ ਡਿਵੈਲਪਮੈਂਟ ਹੋ ਰਹੀ ਹੈ, ਉਸ ਟਾਈਮ 'ਤੇ ਸਾਨੂੰ ਬੱਚਿਆਂ ਦੇ ਨਾਲ ਜਿਹੜਾ ਜ਼ਿਆਦਾ ਸਮਾਂ ਲਾਉਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ, ਤੇ ਉਹੀ ਜਿਹੜਾ ਕਨੈਕਸ਼ਨ ਆ ਸਾਡਾ ਬਣ ਜਾਂਦਾ ਫਿਰ ਕੁਆਲਿਟੀ ਜਿਹੜਾ ਟਾਈਮ ਸਪੈਂਡ ਕਰੋ। ਹਾਂਜੀ, ਤੇ ਡੈਫੀਨੇਟਲੀ ਹੁਣ ਬੱਚਿਆਂ ਨੂੰ ਅੱਜ ਕੱਲ੍ਹ ਜਿਵੇਂ ਹੁਣ ਟਾਈਪ ਕਰਦੇ ਆ ਜਾਂ ਉਹ ਹੈ, ਤੇ ਉਹਨਾਂ ਦੀਆਂ ਫਾਈਨ ਮੋਟਰ ਸਕਿੱਲਸ ਦੇ ਵਿੱਚ ਵੀ ਕਾਫੀ ਪ੍ਰੋਬਲਮ ਹੈਗੀ ਆ, ਤੇ ਉਹਨਾਂ ਚੀਜ਼ਾਂ ਨੂੰ ਵੀ ਅਸੀਂ ਦੇਖ ਸਕਦੇ ਹਾਂ ਕਿ ਜਿਹੜੀਆਂ ਹੋਰ ਨੇ ਐਕਟੀਵਿਟੀਜ਼, ਜਿਵੇਂ ਹੁਣ ਅਸੀਂ ਤਾਂ ਪੁਰਾਣੇ ਟਾਈਮ 'ਚ ਆਪਾਂ ਉਦੋਂ ਆਟਾ ਗੁੰਨ ਕੇ ਰੋਟੀ ਬਣਾਉਣ ਲੱਗ ਜਾਂਦੇ ਸੀ, ਹੈ ਨਾ। ਸੋ ਉਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਸਾਡੇ ਹੱਥ ਜਿਹੜੇ ਵਰਤਦੇ ਹਾਂ ਅਸੀਂ, ਤੇ ਉਹ ਬੱਚਿਆਂ ਨੂੰ ਜਿਹੜੇ ਨੈਚੁਰਲ ਐਕਸਪੀਰੀਅੰਸਿਸ ਨੇ ਉਹ ਚਾਹੀਦੇ ਨੇ ਉਹਨਾਂ ਨੂੰ, ਤੇ ਪਿਆਰ ਤਾਂ ਜਿਹੜਾ ਅਸੀਂ ਦੇਣਾ ਉਹ ਤਾਂ ਅਸੀਂ ਦੇ ਹੀ ਸਕਦੇ ਹਾਂ। ਜੀ ਨਹੀਂ ਬਾਕੀ ਜੀ, ਪਹਿਲੀ ਗੱਲ ਤਾਂ ਮੈਂ ਨਾ ਤੁਹਾਡਾ ਧੰਨਵਾਦ ਕਰਾਂਗਾ, ਕਿਉਂਕਿ ਬਹੁਤ ਸ਼ੋਰਟ ਨੋਟਿਸ 'ਤੇ ਤੁਸੀਂ ਮੇਰਾ ਸੱਦਾ ਕਬੂਲ ਕੀਤਾ। ਥੈਂਕ ਯੂ ਜੀ। ਔਰ ਇਹ ਟੌਪਿਕ ਬੜਾ ਅਹਿਮ ਹੁੰਦਾ ਵਾ, ਮਾਂ ਦੇ ਉੱਪਰ ਡਿਸਕਸ਼ਨ ਕਰਨੀ ਵੈਸੇ ਤੇ ਸਾਡੇ ਲਈ, ਤੁਹਾਡੇ ਲਈ ਬੜੀ ਔਖੀ ਆ, ਪਰ ਫਿਰ ਵੀ
ਚਰਚਾ ਕਰਨੀ ਬਣਦੀ ਹੈ, ਪਰ ਨਾਲ ਦੇ ਨਾਲ ਮੈਨੂੰ ਇਹ ਵੀ ਲੱਗਦਾ ਹੁੰਦਾ ਕਈ ਵਾਰੀ ਵੀ ਮਦਰਸ ਡੇ, ਫਾਦਰਸ ਡੇ, ਫੈਮਿਲੀ ਡੇ, ਇਹ ਸਾਰੇ ਦਿਨ ਜਿਹੜੇ ਨੇ ਨਾ ਵੈਸਟਰਨ ਕੰਟਰੀਜ਼ ਦੇ ਵਿੱਚ ਬਹੁਤ ਸਪੈਸ਼ਲ ਹੁੰਦੇ ਨੇ, ਪਰ ਸਾਡੇ ਲਈ ਤੇ ਰੋਜ਼ ਮਾਂ ਡੇ ਹੁੰਦਾ, ਬਿਲਕੁਲ ਰੋਜ਼ ਡੈਡ ਡੇ ਹੁੰਦਾ, ਰੋਜ਼ ਫੈਮਿਲੀ ਡੇ ਹੁੰਦਾ, ਤਾਂ ਹੋਣਾ ਵੀ ਚਾਹੀਦਾ। ਹਾਂਜੀ, ਹੋਣਾ ਚਾਹੀਦਾ। ਅਸਲ ਜ਼ਿੰਦਗੀ 'ਚ ਤਾਂ ਇਹੀ ਚਾਹੀਦਾ, ਕਿਉਂਕਿ ਅਸੀਂ ਇੱਕ ਦਿਨ ਮਾਂ ਪਿਓ ਨੂੰ ਯਾਦ ਕਰਕੇ ਜਾਂ ਉਹਨਾਂ ਦਾ ਥੈਂਕਸ ਅਸੀਂ ਨਹੀਂ ਕਰ ਸਕਦੇ, ਉਹਨਾਂ ਦਾ ਡਿਨਰ ਕਰਾ ਦਈਏ, ਦੇਣ ਨਹੀਂ ਦੇ ਸਕਦੇ ਅਸੀਂ ਆਪਣੇ ਮਾਂ ਪਿਓ ਦਾ। ਤੇ ਆਪਾਂ ਜੇ ਅੱਜ ਇੱਥੇ ਬੈਠੇ ਹਾਂ ਤੇ ਕੁਝ ਕਰ ਰਹੇ ਹਾਂ, ਇਹ ਆਪਣੇ ਮਾਂ ਪਿਓ ਦੀ ਹੀ ਬਦੌਲਤ ਹੈ। ਬਿਲਕੁਲ ਬਿਲਕੁਲ। ਤੇ ਮੈਂ ਚਾਹਾਂਗਾ ਕਿ ਜਿਹੜਾ ਅੱਜ ਦਾ ਜਿਹੜਾ ਪ੍ਰੋਗਰਾਮ ਆ, ਇਸ ਨੂੰ ਸਮਾਪਤੀ ਤੋਂ ਪਹਿਲਾਂ ਕੁਝ ਹੋਰ ਵਧੀਆ ਜਿਹੀਆਂ ਸਤਰਾਂ, ਕੋਈ ਪੋਜ਼ਿਟਿਵ ਐਨਰਜੀ ਜਿਹਦੇ ਨਾਲ ਹੱਲਾਸ਼ੇਰੀ ਆਵੇ, ਇੱਦਾਂ ਦਾ ਕੁਝ ਡਿਸਕਸ ਕਰੀਏ ਜੀ ਅੱਜ। ਹਾਂਜੀ ਬਿਲਕੁਲ, ਮੈਂ ਤੁਹਾਡੇ ਨਾਲ ਇੱਕ ਕਵਿਤਾ ਸ਼ੇਅਰ ਕਰਦੀ ਹਾਂ। ਇਹ ਸੋਸ਼ਲ ਮੀਡੀਆ ਤੇ ਬਹੁਤ ਸਾਰੇ ਲੋਕਾਂ ਨੇ ਪਸੰਦ ਕੀਤੀ, ਤੇ ਨੈਚੁਰਲੀ ਹੈ ਕਿ ਅਸੀਂ ਜਦੋਂ ਡਾਊਨ ਫੀਲ ਕਰਦੇ ਹਾਂ ਸਾਨੂੰ ਹੁੰਦਾ ਕਿ ਕੁਛ ਨਾ ਕੁਛ ਕੀਤਾ ਜਾਵੇ। ਸੋ ਅੱਜ ਦੀ ਇਹਦੇ ਵਿੱਚੋਂ ਮੈਂ ਸਿਰਫ ਇੱਕੋ ਹੀ ਗੱਲ ਕਹਿਣੀ ਚਾਹੁੰਦੀ ਹਾਂ ਕਿ ਆਪਣੇ ਆਪ ਦੇ ਨਾਲ ਖੜੋ, ਆਪਣੇ ਆਪ ਦੇ ਨਾਲ ਜੁੜੋ, ਤੇ ਇਹੋ ਜਿਹੀ ਕੋਈ ਚੀਜ਼ ਨਹੀਂ ਹੈਗੀ ਜਿਹੜੀ ਤੁਸੀਂ ਨਹੀਂ ਕਰ ਸਕਦੇ। ਸੋ ਮੈਂਟਲ ਟਫਨੈਸ ਜਿਹੜੀ ਹੈਗੀ ਆ ਉਹ ਬਹੁਤ ਜ਼ਰੂਰੀ ਹੈ। ਤੇ ਜੇਕਰ ਇਹਦੇ ਵਿੱਚ ਜਿਹੜੀਆਂ ਗੱਲਾਂ ਨੇ ਇਹ ਆਪਾਂ ਆਪਣੇ ਤਜਰਬਿਆਂ ਤੋਂ ਸਿੱਖੀਆਂ ਨੇ, ਹੰਡਾਈਆਂ ਨੇ, ਹਨਾ, ਤੇ ਉਹਨੂੰ ਕੋਸ਼ਿਸ਼ ਕੀਤੀ ਹੈ ਕਿ ਲਫ਼ਜ਼ਾਂ ਵਿੱਚ ਪਰੋਣ ਦੀ। ਹਾਂਜੀ। ਸੋ ਹੈ, ਖੜ ਜਾ ਤੂੰ, ਖੜ ਜਰਾ ਅੜ ਕੇ, ਭੱਜ ਜੂਗਾ ਡਰ ਤੇਰਾ ਆਪੇ ਹੀ ਡਰ ਕੇ, ਰੱਖ ਹਿੰਮਤ ਤੇ ਹੌਸਲਾ ਖੁਦ ਚ ਤੂੰ ਭਰ ਕੇ, ਜਿਉਣਾ ਨਹੀਂ ਹੁਣ ਨਿੱਤ ਮਰ ਮਰ ਕੇ, ਇੱਕ ਵੀ ਨਾ ਪਲ ਤੂੰ ਅਜਾਈ ਜਾਣ ਦੇ, ਵੱਧਦੇ ਨੇ ਅੱਗੇ ਜੋ ਸਮੇਂ ਦੇ ਹਾਣ ਦੇ, ਜਜ਼ਬੇ ਤੇ ਮਿਹਨਤ ਨਾਲ ਕਰ ਤੂੰ ਕਮਾਲ ਦੇ, ਆਖੇ ਮਾੜਾ ਟਾਈਮ ਬਸ ਹੁਣ ਮੈਨੂੰ ਜਾਣ ਦੇ, ਆਖੇ ਮਾੜਾ ਟਾਈਮ ਬਸ ਹੁਣ ਮੈਨੂੰ ਜਾਣ ਦੇ। ਸੋ ਆਪਣੇ ਆਪ ਦੇ ਨਾਲ ਖੜਨਾ ਹੈ ਕਿ ਬਸ ਮਾੜਾ ਟਾਈਮ ਕਹੇ ਵੀ ਬਸ ਮੈਨੂੰ ਜਾਣ ਦਿਓ ਜੀ, ਹੁਣ ਮੈਂ ਇੱਥੇ ਨਹੀਂ ਰਹਿ ਸਕਦਾ। ਮੈਨੂੰ ਲੱਗਦਾ ਹੁਣ ਸਮਾਂ ਵੀ ਸਾਨੂੰ ਇਹੀ ਕਹਿ ਰਿਹਾ ਵੀ ਜਾਣ ਦਿਓ ਹੁਣ। ਅੱਜ ਦਾ ਪ੍ਰੋਗਰਾਮ ਆਪਾਂ ਸਮੇਟੀਏ, ਤੇ ਮੈਨੂੰ ਲੱਗਦਾ ਵੀ ਇੱਕ ਵਾਰੀ ਦਰਸ਼ਕਾਂ ਨੂੰ ਆਪਾਂ ਮਦਰਸ ਡੇ ਦੀਆਂ ਮੁਬਾਰਕਾਂ ਦੇ ਦਈਏ। ਤੇ ਮੈਨੂੰ ਨਾ ਗੱਲ ਯਾਦ ਆ ਗਈ ਉਹਦੀ, ਰਾਣੇ ਰਣਵੀਰ ਦੀ, ਉਹਦੀ ਇੱਕ ਫਿਲਮ ਹੀ ਅਸੀਸ, ਉਹਦੇ ਚੋਂ ਕਹਿੰਦਾ ਵੀ, ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਇਸ ਗੱਲ ਦਾ ਕਿਤੇ ਨਾ ਕਿਤੇ, ਵੀ ਦੁਨੀਆ ਦੀ ਹਰ ਮਾਂ ਨੂੰ ਸਲਾਮ ਆ ਜਿਹੜੀ ਕੰਮ ਕਰਦੀ ਕਹਿੰਦਾ ਵੀ ਗੋਲ ਰੋਟੀ ਜਿਹੜੀ ਆ ਬਣਾ ਕੇ ਰੱਖ ਦਿੰਦੀ ਆ। ਸੋ ਇਹ ਤਾਂ ਇੱਕ ਨਮੂਨਾ ਵਾ, ਪਰ ਮਾਂ ਜੋ ਕਰ ਜਾਂਦੀ ਆ ਉਹਦਾ ਕੋਈ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਹੋ ਸਕਦਾ। ਤੇ ਹਰ ਦੁਨੀਆ ਦੀ ਮਾਂ ਨੂੰ ਸਲਾਮ ਆ, ਤੁਹਾਨੂੰ ਵੀ ਸਲਾਮ ਆ ਜੀ। ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ। ਸੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ। ਆਉਣ ਵਾਲੇ ਐਪੀਸੋਡ ਵਿੱਚ ਕੁਝ ਹੋਰ ਮਹਿਮਾਨਾਂ ਦੇ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ। ਤਦ ਤੱਕ ਮਨਜੀਤ ਸਿੰਘ ਫੇਰੂਮਾਨ ਨੂੰ ਦਿਓ ਇਜਾਜ਼ਤ, ਤੇ ਤੁਸੀਂ ਦੇਖਦੇ ਰਹਿਣਾ ਪੰਜਾਬੀ ਨੈਸ਼ਨਲ ਟੈਲੀਵਿਜ਼ਨ। ਉਮੀਦ ਤੁਹਾਡੀ, ਕੋਸ਼ਿਸ਼ ਸਾਡੀ। ਧੰਨਵਾਦ।